चरण अरविंद जिसमें अमृत ज्ञान है मानक भगत वैराग। श्री गुरु ग्रंथ साहिब उदर बंदों पर अनुराग। श्री गुर शब्द कमाए जिन जीते पंच विकार। तिन संतन का वंदना सिर चरणन पर तार। एकंकार सतगुरु तेह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। सतनाम श्री वाहिगुरु साहिब जी। दोहरा केतक काल पूषण रहे सबा न बोलियो कोय। श्री अर्जुन पीलो दिशा कीन बिलोचन जोए। केतक काल तूषण रहे। वाहिगुरु जी का खालसा वाहिगुरु जी की फतेह। परम सन्मान ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਕੇ ਆਤਮਿਕ ਸਵਰੂਪ ਚੌਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹਾਜ਼ਰੀਆਂ ਲਗਵਾ ਰਹੇ ਹੋ। ਸਮੁੱਚੀਆਂ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਆਪ ਗੁਰੂ ਜੈਸੀਆਂ ਸੰਗਤਾਂ ਦੇ ਮਹਾਨ ਸਹਿਯੋਗ ਉਦਮ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਅੰਦਰ ਕਈ ਰੋਜ਼ ਤੋਂ ਇਹਨਾਂ ਪਾਵਨ ਪਵਿੱਤਰ ਅਸਥਾਨਾਂ 'ਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਨਿਰੰਤਰ ਚੱਲ ਰਹੀ ਹੈ। ਜਿਸ ਤਰ੍ਹਾਂ ਆਪ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕੀਤਾ ਸੀ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਪੁਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਲਿਖਾ ਰਹੇ ਨੇ। ਰਾਗਾਂ ਦੀ ਤਰਤੀਬ ਦੇ ਕੇ ਜਦੋਂ ਬਾਣੀ ਲਿਖੀ ਜਾ ਰਹੀ ਤਾਂ ਲਾਹੌਰ ਦੇ ਰਹਿਣ ਵਾਲੇ ਚਾਰ ਜਿਹੜੇ ਭਗਤ ਸਨ, ਆਪਣੇ ਆਪ ਨੂੰ ਕਹਾਉਣ ਵਾਲੇ, ਇਹ ਚਾਰੇ ਭਗਤ ਕੋਈ ਆਪਣੀ ਬਾਣੀ ਬਣਾ ਕੇ ਲਿਆਏ ਕਿ ਸਤਿਗੁਰੂ ਸਾਡੀ ਵੀ ਜਿਹੜੀ ਬਾਣੀ ਹੈ ਇਸ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ਜਾਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹਨਾਂ ਚਾਰਾਂ ਭਗਤਾਂ ਨੂੰ ਆਪਣੇ ਸਨਮੁਖ ਬਿਠਾਇਆ ਹੈ ਅਤੇ ਬਚਨ ਕੀਤੇ ਕਿ ਆਪੋ ਆਪਣੀ ਜਿਹੜੀ ਬਾਣੀ ਹੈ ਸ਼ਰਵਣ ਕਰਵਾਓ
ਤਾਂ ਕਿ ਫਿਰ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਸੀਂ ਵਾਚ ਕਰਕੇ ਦਰਜ ਕਰੀਏ। ਸਭ ਤੋਂ ਪਹਿਲਾਂ ਜਿਹੜਾ ਕਾਨ੍ਹਾ ਭਗਤ ਸੀ, ਉਹਨੇ ਆਪਣੀ ਜਿਹੜੀ ਬਾਣੀ ਬੋਲ ਕਰਕੇ ਜਦੋਂ ਸਤਿਗੁਰਾਂ ਦੇ ਸਾਹਮਣੇ ਸੁਣਾਈ, ਉਹਦੀ ਬਾਣੀ ਦੇ ਅੰਦਰ ਨਰੋਲ ਜਿਹੜਾ ਖੁਸ਼ਕ ਬਦਾਂਤ ਭਰਿਆ ਹੋਇਆ ਸੀ, ਆਪਣੇ ਆਪ ਨੂੰ ਬ੍ਰਹਮ ਸਰੂਪ ਉਹਦੀ ਬਾਣੀ ਨੇ ਕਥਨ ਕੀਤਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸੁਣ ਕਰਕੇ ਕਿਹਾ ਕਿ ਇਹ ਕਾਨ੍ਹੇ, ਇਹ ਤੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਨਹੀਂ ਹੋ ਸਕਦੀ ਹੈ। ਇਸ ਲਈ ਇਹ ਤੇਰੇ ਉਚਾਰਨ ਕੀਤੇ ਹੋਏ ਜਿਹੜੇ ਬੰਦ ਨੇ, ਬਾਣੀ ਦੀਆਂ ਤੂੰ ਪੰਗਤੀਆਂ ਬਣਾਈਆਂ, ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹਨੂੰ ਸਥਾਨ ਨਹੀਂ ਮਿਲੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਹ ਬਚਨ ਸੁਣ ਕਰਕੇ, ਕਿਉਂਕਿ ਰਿੱਧੀਆਂ ਸਿੱਧੀਆਂ ਤਾਕਤਾਂ ਸ਼ਕਤੀਆਂ ਹੁੰਦੀਆਂ ਜੋਗੀਆਂ ਦੇ ਕੋਲ, ਤੇ ਉਹਨੇ ਆਪਣੀ ਤਾਕਤ ਦੇ ਨਾਲ ਆਉਣ ਵਾਲੇ ਭਵਿੱਖਤ ਸਮੇਂ ਨੂੰ ਵਾਚ ਕਰਕੇ ਕਹਿ ਦਿੱਤਾ ਕਿ ਇਹ ਅਰਜਨ ਸਾਹਿਬ, ਜੇ ਤੁਸੀਂ ਮੇਰੀ ਬਾਣੀ ਨਹੀਂ ਦਰਜ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਤੇ ਤੁਹਾਡੇ ਉੱਤੇ ਬੜਾ ਸੰਕਟ ਦਾ ਸਮਾਂ ਆਵੇਗਾ। ਤੁਰਕਾਂ ਦੇ ਘਰ ਅੰਦਰ ਜਾ ਕੇ ਬੜੇ ਤਸੀਹੇ ਤੁਹਾਨੂੰ ਝੱਲਣੇ ਪੈਣਗੇ। ਸਾਹਿਬਜ਼ਾਦੇ ਤੁਹਾਡਾ ਪਰਿਵਾਰ ਦਾ ਕੋਈ ਮੈਂਬਰ ਤੁਹਾਨੂੰ ਮਿਲ ਨਹੀਂ ਸਕੇਗਾ। ਇਸ ਪ੍ਰਕਾਰ ਤੁਹਾਡਾ ਲਾਹੌਰ ਵਿੱਚ ਜਾ ਕਰਕੇ ਸਰੀਰ ਛੁੱਟ ਜਾਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਅੰਤਰਜਾਮੀ ਜੀ ਨੇ ਜਦੋਂ ਵੇਖਿਆ ਵੀ ਇਹ ਕਾਨ੍ਹਾ ਜਿਹੜਾ ਭਗਤ ਕਹਾਉਂਦਾ ਹੈ, ਇਹ ਆਉਣ ਵਾਲੇ ਸਮੇਂ ਦੀ ਭਵਿੱਖਤ ਬਾਣੀ ਕਰੀ ਜਾ ਰਿਹਾ, ਤੇ ਸਤਿਗੁਰੂ ਕਹਿੰਦੇ, ਕਾਨ੍ਹਿਆ ਤੈਨੂੰ ਇੰਨਾ ਪਤਾ ਕਿ ਤੂੰ ਲਾਹੌਰ ਵੀ ਨਹੀਂ ਵਾਪਸ ਜਾਵੇਂਗਾ। ਕਹਿਣ ਲੱਗਿਆ, ਜੀ ਮੇਰੀ ਤਾਂ ਉਮਰ 500 ਸਾਲਾਂ ਤੱਕ ਰਹੇਗੀ। ਮੈਂ ਬੜੀ ਯੋਗ ਸਾਧਨਾ ਦੀ ਕਮਾਈ ਕੀਤੀ ਕਰਦਾ ਹਾਂ, ਬੜਾ ਅਭਿਆਸੀ ਹਾਂ, 500 ਸਾਲ ਤੱਕ ਮੇਰਾ ਸਰੀਰ ਰਹੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਤੇ ਪਰਮਾਤਮਾ ਨੂੰ ਪਤਾ ਵੀ 500 ਸਾਲਾਂ ਤੱਕ ਰਹਿਣਾ ਕਿ ਸ਼ਾਮ ਤੱਕ ਹੀ ਤੇਰੇ ਸਰੀਰ ਦਾ ਅੰਤ ਹੋ ਜਾਵੇਗਾ। ਜਦੋਂ ਸਾਧ ਸੰਗਤ ਤੇ ਰਸਨਾ ਤੋਂ ਸਤਿਗੁਰੂ ਪਾਤਸ਼ਾਹ ਨੇ ਉਹਦੇ ਸੰਬੰਧ ਵਿੱਚ ਬਚਨ ਕਹੇ, ਇੱਥੋਂ ਤੱਕ ਇਹ ਪਾਵਨ ਪ੍ਰਸੰਗ ਜਿਹੜਾ ਕੱਲ੍ਹ ਦੀ ਕਥਾ ਵਿੱਚ ਆ ਚੁੱਕਿਆ ਹੈ। ਅੱਗੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਵੇਂ ਦੂਸਰੇ ਭਗਤਾਂ ਦੇ ਕੋਲੋਂ ਉਹਨਾਂ ਦੀ ਬਾਣੀ ਸੁਣਨਗੇ, ਆਓ ਪਿਆਰ ਸਤਿਕਾਰ ਦੇ ਨਾਲ ਉਸ ਇਤਿਹਾਸ ਨੂੰ ਅੱਗੇ ਸ਼ਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਤਕ ਕਾਲ ਤੂਸ਼ਨ ਰਹੇ। ਕਿੰਨਾ ਕੁ ਸਮਾਂ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਕਾਨੇ ਦੇ ਪਰਥਾਏ ਸ਼ਬਦ ਉਚਾਰਨ ਕਰਕੇ ਰਸਨਾ ਤੋਂ ਬਚਨ ਕਹਿ ਕੇ ਚੁੱਪ ਰਹੇ ਨੇ, ਕੋਈ ਬਚਨ ਨਹੀਂ ਕੀਤਾ। ਸਭਾ ਨਾ ਬੋਲਿਓ ਕੋਈ। ਜਿੰਨੀ ਸਤਿਗੁਰਾਂ ਦੇ ਕੋਲ ਸਭਾ ਲੱਗੀ, ਸੰਗਤਾਂ ਬੈਠੀਆਂ, ਕੋਈ ਵੀ ਇੱਕ ਵੀ ਸ਼ਬਦ ਨਹੀਂ ਬੋਲਣਾ ਕੀਤਾ ਹੈ। ਸ੍ਰੀ ਅਰਜਨ ਪੀਲੋ ਦਿਸ਼ਾ। ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜਾ ਪੀਲੂ ਭਗਤ ਬੈਠਾ ਹੈ, ਉਸ ਦੀ ਤਰਫ ਕੀਨ ਬਿਲੋਚਨ ਜੋਏ। ਆਪਣੀ ਜਿਹੜੇ ਨੇਤਰਾਂ ਦੀ ਨਜ਼ਰ ਪਾ ਕੇ ਸਤਿਗੁਰਾਂ ਨੇ ਪੀਲੂ ਭਗਤ ਦੇ ਵੱਲ ਜੋਏ ਵੇਖਣਾ ਕੀਤਾ। ਸਵਈਆ ਛੰਦ ਪੀਲੋ ਭਗਤ ਆਪਣੇ ਮਤ ਕਹੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਐ ਪੀਲੂ ਭਗਤ, ਜਿਹੜਾ ਤੇਰਾ ਮਤ ਸਿਧਾਂਤ ਹੈ, ਜਿਹੜੀ ਬਾਣੀ ਤੂੰ ਲਿਖ ਕੇ ਲਿਆਇਆ, ਉਹ ਬੋਲ ਕੇ ਕਹਿਣੀ ਕਰ ਸੁਣਾ ਦੇ। ਮੈਂ ਸੁਣਾਵੋ ਸ਼ਬਦ ਬਣਾਏ। ਉਹਦਾ ਸ਼ਬਦ ਬਣਾ ਕਰਕੇ, ਪਹਿਰਾ ਬਣਾ ਕਰਕੇ ਸਾਨੂੰ ਸੁਣਾਉਣਾ ਕਰ। ਜਿਸ ਤੇ ਗੁਰਮਤਿ ਹੋਏ ਉਪਦੇਸ਼ਣ। ਜਿਸ ਕਰਕੇ ਗੁਰੂ ਦੀ ਮਤ ਸਿੱਖਿਆ ਦਾ ਚੰਗਾ ਉਪਦੇਸ਼ ਪ੍ਰਾਪਤ ਹੋਵੇ, ਜਿਹਨੂੰ ਸੁਣ ਕਰਕੇ ਜੀਵਾਂ ਦਾ ਭਲਾ ਹੋ ਜਾਵੇ। ਸਿਮਰਹਿ ਪਰਮੇਸ਼ਵਰ ਲਿਵ ਲਾਏ। ਜਿਹੜੇ ਬਚਨਾਂ ਨੂੰ ਸੁਣ ਕੇ ਜੀਵ ਪਰਮਾਤਮਾ ਦਾ ਸਿਮਰਨ ਕਰੇ, ਪਰਮੇਸ਼ਰ ਵਿੱਚ ਆਪਣੀ ਲਿਵ ਸੁਰਤ ਨੂੰ ਜੋੜ ਦੇਵੇ। ਹੋਏ ਸ਼੍ਰੇ ਅਮਗ ਲਹੇ ਸੁਗਮਹੀ। ਇਸ ਪ੍ਰਕਾਰ ਜੀਵ ਦੀ ਸਰੀਰ ਜਿਹੜੀ ਮੁਕਤੀ ਹੋ ਜਾਣਾ ਕਰੇ। ਮੁਕਤੀ ਦਾ ਮਾਰਗ ਜਿਹੜਾ ਰਸਤਾ ਹੈ, ਬੜਾ ਸੌਖਾ ਹੀ ਜੀਵ ਲੈ ਲਵੇ। ਭਾਉ ਭਗਤ ਕੇ ਸੰਗ ਮਿਲਾਏ। ਫਿਰ ਆਪਣੇ ਆਪ ਨੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਨਾਲ ਮਿਲਾਉਣਾ ਕਰੇ। ਉਹ ਜਿਹੜੀ ਐਸੀ ਬਾਣੀ ਸਾਨੂੰ ਬੋਲ ਕੇ ਸੁਣਾ ਦੇ। ਸੁਣਤ ਸਭਾ ਮਹਿ ਸ਼ਬਦ ਬਖਾਨਿਓ। ਸਾਰੀ ਸਭਾ ਸਜੀ ਹੋਈ
ਹੋਈ ਹੈ ਭਰੀਆਂ ਸੰਗਤਾਂ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਬਖਾਨਿਓ ਕਹਿਣਾ ਕੀਤਾ ਸ਼ਬਦ। ਪੀਲੋ ਆਪਣੋ ਮਤੋ ਸੁਨਾਏ। ਜਿਹੜਾ ਪੀਲੂ ਭਗਤ ਸੀ ਲਾਹੌਰ ਤੋਂ ਚੱਲ ਕਰਕੇ ਆਇਆ, ਇਹਨੇ ਆਪਣਾ ਮਤੋਂ ਜਿਹੜਾ ਸਿਧਾਂਤ ਸੀ, ਜਿਹੜਾ ਕੁਝ ਕਵਿਤਾ ਦੇ ਵਿੱਚ ਲਿਖਿਆ ਹੋਇਆ ਬੋਲ ਕੇ ਸੁਣਾਉਣ ਲੱਗਿਆ। ਪੀਲੋ ਵਾਚ ਪੀਲੋ ਅਸਾ ਨਾਲੋ ਸੇ ਭਲੇ ਜੰਮਦਿਆਂ ਜੋ ਮੋਏ। ਇੱਥੋਂ ਹੁਣ ਜਿਹੜਾ ਪੀਲੂ ਭਗਤ ਕਹਾਉਂਦਾ ਸੀ ਆਪਣੇ ਆਪ ਨੂੰ, ਇਹ ਬੋਲਿਆ, ਕਹਿੰਦਾ ਜੀ ਮੈਂ ਆਹ ਬਾਣੀ ਲਿਖ ਕੇ ਲਿਆਇਆ ਹਾਂ, ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਜਾਵੇ। ਸਤਿਗੁਰੂ ਜੀ ਕਹਿੰਦੇ ਬੋਲ ਕੇ ਸੁਣਾ ਕੀ ਲਿਖਿਆ। ਕਹਿੰਦਾ ਪੀਲੋ ਅਸਾਂ ਨਾਲੋਂ ਸੇ ਭਲੇ। ਐ ਪੀਲੋ ਸਾਡੇ ਨਾਲੋਂ ਤਾਂ ਉਹ ਦੁਨੀਆ ਦੇ ਅੰਦਰ ਭਲੇ ਚੰਗੇ ਨੇ ਜੰਮਦਿਆਂ ਜੋ ਮੋਏ। ਭਾਵ ਜਿਨ੍ਹਾਂ ਨੇ ਜਨਮ ਲੈਂਦਿਆਂ ਸਾਰੀ ਮੋਏ ਮੌਤ ਨੂੰ ਪ੍ਰਾਪਤ ਹੋ ਗਏ, ਜਿਨ੍ਹਾਂ ਨੇ ਜਨਮ ਲੈਂਦਿਆਂ ਸਾਰੇ ਸੰਸਾਰ ਵਿੱਚੋਂ ਕੂਚ ਕਰ ਜਾਣਾ ਕੀਤਾ। ਜ਼ਿੰਦਗੀ ਬਹੁਤੀ ਲੰਬੀ ਨਹੀਂ ਜਿਨ੍ਹਾਂ ਨੇ ਗੁਜ਼ਾਰਨਾ ਕੀਤੀ। ਜਨਮ ਲੈਂਦਿਆਂ ਸਾਰ ਜਿਹੜੇ ਬੱਚੇ ਮਰ ਜਾਂਦੇ, ਕਹਿੰਦਾ ਉਹ ਸਾਡੇ ਨਾਲੋਂ ਚੰਗੇ ਹਨ। ਉਹਨਾਂ ਜਿਕੜ ਪਾਵਨਾ ਮੋੜਿਆ ਨਾ ਅਲੂਦ ਭਏ। ਕਿਉਂਕਿ ਉਹਨਾਂ ਦੇ ਮਨ ਕਰਕੇ ਜਿਹੜਾ ਵਿਸ਼ੇ ਵਿਕਾਰਾਂ ਦਾ ਚਿੱਕੜ ਹੈ ਸੰਸਾਰ ਵਿੱਚ, ਇਹ ਨਾ ਮੋੜਿਆ, ਇਹ ਮਨ ਉਹਨਾਂ ਵਿੱਚ ਨਹੀਂ ਡੋਬਣਾ ਕੀਤਾ। ਨਾ ਆਲੂਦ ਭਏ, ਆਲੂਦ ਦਾ ਅਰਥ ਹੁੰਦਾ ਹੈ ਮੈਲੇ ਨਹੀਂ ਹੋਣਾ ਕੀਤੇ। ਜਿਨ੍ਹਾਂ ਦਾ ਜੀਵਨ ਮੈਲਾ ਨਹੀਂ ਹੋਇਆ, ਪਵਿੱਤਰ ਜੀਵਨ ਲੈ ਕੇ ਚਲੇ ਗਏ ਨੇ। ਐ ਪੀਲੂ ਮੇਰੇ ਮਨਾ, ਤੇਰੇ ਨਾਲੋਂ ਉਹ ਦੁਨੀਆ ਦੇ ਅੰਦਰ ਜੀਵ ਚੰਗੇ ਨੇ ਜਿਹੜੇ ਜਨਮ ਲੈਂਦੇ ਸਾਰ ਹੀ ਮਰ ਜਾਂਦੇ ਹਨ। ਸਵਈਆ ਛੰਦ ਇਹ ਪੀਨਹਿ ਪ੍ਰਮਾਣ ਹਮ ਕਰਹਿ। ਇਹ ਜਦੋਂ ਬਚਨ ਪੀਲੂ ਦੇ ਸਤਿਗੁਰਾਂ ਨੇ ਸੁਣਨਾ ਕੀਤੇ, ਗਰੀਬ ਨਵਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪੀਲੂ ਭਗਤ, ਇਹ ਜਿਹੜੇ ਤੇਰੇ ਬੋਲ ਹਨ ਤੂੰ ਬਾਣੀ ਬਣਾ ਕੇ ਲਿਆਇਆ, ਇਸ ਨੂੰ ਅਸੀਂ ਪ੍ਰਮਾਣ ਨਹੀਂ ਕਰਾਂਗੇ। ਜਿਸ ਮਹਿ ਨਹੀਂ ਭਗਤ ਉਪਦੇਸ਼। ਜਿਸ ਦੇ ਅੰਦਰ ਕੋਈ ਭਗਤੀ ਦਾ ਉਪਦੇਸ਼ ਹੀ ਨਹੀਂ ਹੈ ਵੀ ਭਗਤੀ ਇਸ ਤਰ੍ਹਾਂ ਕਰੀ ਦੀ। ਨਵ ਦਾ ਭਗਤੀ 9 ਤਰ੍ਹਾਂ ਦੀ ਹੁੰਦੀ, 10ਵੀਂ ਪਰਾ ਭਗਤੀ ਹੈ। ਭਗਤੀ ਦਾ ਤੇ ਕੋਈ ਜ਼ਿਕਰ ਹੀ ਨਹੀਂ ਤੂੰ ਕੀਤਾ ਹੈ। ਜਨਮ ਲੈਂਦਿਆਂ ਸਾਰ ਬੱਚਾ ਮਰ ਗਿਆ, ਕਹਿੰਦਾ ਤੇਰੇ ਨਾਲੋਂ ਉਹ ਚੰਗਾ ਹੈ। ਸਤਿਗੁਰੂ ਕਹਿੰਦੇ ਜਿਹੜੀ ਬਾਣੀ ਵਿੱਚ ਭਗਤੀ ਦਾ ਉਪਦੇਸ਼ ਨਹੀਂ, ਇਹ ਕਦੇ ਗੁਰੂ ਨਾਨਕ ਦੇ ਦਰ ਵਿੱਚ ਪ੍ਰਮਾਣ ਨਹੀਂ ਹੋਵੇਗੀ। ਸ੍ਰੀ ਕਰਤਾਰ ਕੇ ਰੇ ਭਾਣਾ। ਬਾਕੀ ਇਹ ਤਾਂ ਕਰਤਾਰ ਪਰਮੇਸ਼ਰ ਵਾਹਿਗੁਰੂ ਜਿਹੜਾ ਸੁਭਾਏਮਾਨ ਹੈ, ਉਹਦਾ ਭਾਣਾ ਹੈ, ਉਹਦਾ ਹੁਕਮ ਹੈ। ਜੰਮਣ ਮਰਨਾ ਸੀਸ ਅਸ਼ੇਸ਼। ਸਾਰਿਆਂ ਜੀਵਾਂ ਦੇ ਸਿਰ ਦੇ ਉੱਤੇ ਜੰਮਣਾ ਤੇ ਮਰਨਾ ਪਰਮਾਤਮਾ ਨੇ ਲਿਖਿਆ। ਮਰਨ ਲਿਖਾਏ ਮੰਡਲ ਮਹਿ ਆਏ। ਪਾਏ ਜਨਮ ਨਰ ਲਾਭ ਲੈ ਸ਼ੁਭ। ਜਿਹੜੇ ਜੀਵ ਐਸਾ ਮਨੁੱਖਾ ਜਨਮ ਪਾ ਕਰਕੇ ਦੁਨੀਆ ਵਿੱਚ ਆ ਜਾਂਦੇ ਨੇ, ਪਰਮਾਤਮਾ ਦਾ ਨਾਮ ਜਪਣ ਦਾ ਲਾਭ ਨਹੀਂ ਲੈਂਦੇ। ਭਜਨ ਸਦਾ ਸਤਨਾਮ ਵਿਸ਼ੇਸ਼। ਜਿਹੜੇ ਮਨੁੱਖਾ ਜਨਮ ਦਾ ਲਾਭ ਲੈਂਦੇ ਨੇ, ਬਾਣੀ ਪੜ੍ਹ ਕੇ ਅਭਿਆਸ ਕਰਕੇ ਭਗਤੀ ਕਰਕੇ ਸਦਾ ਪਰਮਾਤਮਾ ਦੇ ਸੱਚੇ ਨਾਮ ਨੂੰ ਭਜਦੇ ਨੇ, ਚਿੰਤਨ ਕਰਦੇ ਹਨ। ਮਨ ਹੁਕਮ ਖਸਮ ਕੋ ਨੀਕੋ। ਬਾਕੀ ਆਪਣਾ ਜਿਹੜਾ ਖਾਸਮ ਮਾਲਕ ਹੈ ਪਰਮਾਤਮਾ, ਉਹਦੇ ਭਾਣੇ ਨੂੰ, ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਨੇ। ਤਿਆਗੈ ਹਉਮੈ ਸਹਿਤ ਕਲੇਸ਼। ਜਿਹੜੇ ਸਾਰੇ ਕਲੇਸ਼ਾਂ ਦਾ ਮੁੱਢ ਹਉਮੈ ਹੈ, ਕਲੇਸ਼ ਦੇ ਸਮੇਤ ਸਾਰੀ ਹਉਮੈ ਨੂੰ ਤਿਆਗ ਦਿੰਦੇ। ਦੋਹਰਾ ਛੱਜੂ ਕਹੋ ਮਤ ਆਪਣੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਛੱਜੂ, ਇਹ ਤੇਰਾ ਜਿਹੜਾ ਆਪਣਾ ਮਤ ਹੋ ਸਕਦਾ, ਤੇਰੀ ਜਿਹੜੀ ਬੁੱਧੀ ਇਸ ਤਰ੍ਹਾਂ ਕਹਿ ਸਕਦੀ, ਤੇਰਾ ਆਪਣਾ ਖਿਆਲ ਹੋ ਸਕਦਾ। ਜਸ ਨਿਚਾ ਮਨ ਕੀਨਾ। ਜਿਸ ਪ੍ਰਕਾਰ ਦੇ ਨਾਲ ਤੂੰ ਆਪਣੇ ਮਨ ਦੇ ਅੰਦਰ ਨਿਸ਼ਚਾ ਕੀਤਾ, ਭਰੋਸਾ ਕੀਤਾ ਹੈ। ਗੁਰ ਆਇਸ ਕੋ ਮਾਨ ਕਰ। ਤਦੋਂ ਗੁਰੂ ਸਾਹਿਬ ਦੀ ਆਇਸ ਜਿਹੜੀ ਆਗਿਆ ਹੈ, ਉਸ ਨੂੰ ਮੰਨਦਿਆਂ ਹੋਇਆਂ ਬੋਲਿਓ ਸ਼ਬਦ ਨਵੀਨ। ਨਵਾਂ ਜਿਹੜਾ ਸ਼ਬਦ ਹੈ ਹੁਣ ਛੱਜੂ ਭਗਤ ਸਤਿਗੁਰਾਂ ਦੇ ਸਾਹਮਣੇ ਆ ਗਿਆ। ਪੀਲੂ ਦੀ ਬਾਣੀ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਦਰਜ ਕਰਨ ਤੋਂ। ਕਾਨੇ ਦੀ ਬਾਣੀ ਕੱਲ੍ਹ ਦੇ ਪ੍ਰਸੰਗ ਵਿੱਚ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਵੀ ਨਹੀਂ ਦਰਜ ਹੋਵੇਗੀ। ਹੁਣ ਸਾਹਮਣੇ ਜਿਹੜਾ ਛੱਜੂ ਭਗਤ ਬੈਠਾ, ਉਹ ਸਤਿਗੁਰਾਂ ਦੇ ਸਨਮੁਖ ਹੋ ਕੇ ਸ਼ਬਦ ਬਣਾ ਕੇ ਬੋਲਣ ਲੱਗਿਆ। ਛੱਜੂ ਵਾਚ
ਕਾਗਦ ਸੰਧੀ ਪੂਤਲੀ ਤਉ ਨ ਤ੍ਰਿਆ ਨਿਹਾਰ। ਇਹਨੇ ਆਪਣੀ ਬਾਣੀ ਦੇ ਅੰਦਰ ਤ੍ਰੀਮਤ ਦੀ ਨਿੰਦਿਆ ਕਰਨਾ ਕੀਤੀ, ਇਸਤਰੀ ਦੀ ਨਿੰਦਿਆ ਕੀਤੀ। ਕਹਿੰਦਾ ਚਾਹੇ ਕਾਗਜ਼ ਦੀ ਬਣੀ ਹੋਈ ਪੁਤਲੀ ਹੋਵੇ ਤਾਂ ਵੀ ਤ੍ਰੀਮਤ ਦੇ ਜਿਹੜੇ ਐਸੇ ਰੰਗ ਰੂਪ ਨੂੰ ਨਹੀਂ ਵੇਖਣਾ ਚਾਹੀਦਾ। ਯੋਹੀ ਮਾਰ ਲਜਾਵਹੀ ਜਥਾ ਬਿਲੋਚਨ ਧਾਰ। ਜਿਵੇਂ ਕੋਈ ਬਲੋਚਾਂ ਦੀ ਡਾਕੂਆਂ ਦੀ ਧਾੜ ਹੁੰਦੀ ਹੈ, ਸਾਧ ਸੰਗਤ ਦੀ ਨਗਰਾਂ ਦੇ ਨਗਰ ਪਿੰਡਾਂ ਦੇ ਪਿੰਡ ਲੁੱਟ ਕੇ ਲੈ ਜਾਂਦੀ, ਇਸੇ ਤਰ੍ਹਾਂ ਤ੍ਰੀਮਤ ਦਾ ਸੁਭਾਅ ਕੇ ਮਨੁੱਖ ਦੇ ਸ਼ੁਭ ਗੁਣ ਜਿਹੜੇ ਨੇ ਦੈਵੀ ਗੁਣਾਂ ਨੂੰ ਮਾਰ ਕਰਕੇ ਲਿਜਾਵੀ ਲੈ ਜਾਂਦੀ, ਖਤਮ ਕਰ ਦਿੰਦੀ ਹੈ। ਇਸ ਲਈ ਇਸਤਰੀ ਦੇ ਰੂਪ ਨੂੰ ਤੱਕਣਾ ਵੀ ਨਹੀਂ ਚਾਹੀਦਾ। ਸਵਈਆ ਛੰਦ ਛੱਜੂ ਭਗਤ ਸੁਨੋ ਮਤ ਹਮਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਦੋ ਪੰਕਤੀਆਂ ਛੱਜੂ ਭਗਤ ਦੀਆਂ ਸੁਣੀਆਂ ਤੇ ਬਚਨ ਕੀਤੇ, ਸਤਿਗੁਰੂ ਕਹਿੰਦੇ ਛੱਜੂ ਭਗਤ ਸਾਡਾ ਜਿਹੜਾ ਮਤ ਸਿਧਾਂਤ ਹੈ, ਸਾਡਾ ਖਿਆਲ ਹੈ, ਗੁਰੂ ਨਾਨਕ ਸਾਹਿਬ ਦੇ ਜਿਹੜੇ ਐਸੇ ਬਚਨ ਨੇ ਉਹ ਵੀ ਸੁਣਨੇ ਕਰੋ। ਪੰਥ ਰਚਿਓ ਕਰਬੇ ਸਤਸੰਗ। ਇਹ ਜਿਹੜਾ ਸਿੱਖੀ ਪੰਥ ਹੈ ਗੁਰੂ ਨਾਨਕ ਸਾਹਿਬ ਜੀ ਨੇ ਰਚਨਾ ਕੀਤਾ, ਬਣਾਉਣਾ ਕੀਤਾ, ਇਹ ਤਾਂ ਸਤ ਸੰਗਤ ਕਰਨ ਵਾਸਤੇ ਹੈ। ਸਿਮਰੈ ਮਿਲ ਕਰ ਸ਼੍ਰੀ ਪਰਮੇਸ਼ਵਰ। ਜੇਕਰ ਜੀਵ ਐਸੇ ਸਿਮਰਨ ਕਰੇਗਾ ਸਾਧ ਸੰਗਤ ਦੇ ਨਾਲ ਮਿਲ ਕਰਕੇ ਤਾਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦਾ। ਗ੍ਰਸਤ ਬਿਖਿਆਲੇ ਬੁਲਾਏ ਅਭੰਗ। ਆਪਣੇ ਗ੍ਰਸਤੀ ਜੀਵਨ ਦੇ ਅੰਦਰ ਪਰਿਵਾਰਾਂ ਵਿੱਚ ਬੱਚਿਆਂ ਦੇ ਵਿੱਚ ਵਿਚਰਦਾ ਹੋਇਆ ਇੱਕ ਰਸ ਆਪਣੀ ਸੁਰਤ ਪਰਮਾਤਮਾ ਨਾਲ ਲਾ ਲਵੇਗਾ। ਕਾਰ ਧਰਮ ਕੀ ਕਰ ਗੁਜਰਾਨੈ। ਬਾਕੀ ਜਿਹੜੇ ਆਪਣੇ ਧਰਮ ਦੀ ਕਿਰਤ ਕਰਨੀ ਹੈ ਜੀਵ ਨੇ, ਉਹਦੇ ਨਾਲ ਆਪਣਾ ਗੁਜ਼ਾਰਾ ਕਰੇ ਜ਼ਿੰਦਗੀ ਦਾ। ਸੇਵੈ ਸੰਤਨ ਸਹਿਜ ਉਮੰਗ। ਆਪਣੇ ਉਤਸ਼ਾਹ ਦੇ ਸੰਯੁਕਤ ਹੋ ਕਰਕੇ ਖੁਸ਼ੀ ਦੇ ਨਾਲ ਫਿਰ ਸਾਧੂ ਮਹਾਤਮਾ ਸੰਤਾਂ ਦੀ ਸੇਵਾ ਕਰੇ। ਭਾਉ ਭਗਤ ਕਰ ਜਗਤ ਸੁਤਰ ਹੈ। ਜੇ ਪਰਮੇਸ਼ਰ ਦੀ ਭਾਵ ਪ੍ਰੇਮਾ ਭਗਤੀ ਕਰਨੀ ਕਰੇਗਾ ਤਾਂ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ, ਪਰਿਵਾਰਾਂ ਵਿੱਚ ਵਿਚਰਦਾ ਹੋਇਆ ਤਰ ਜਾਵੇਗਾ, ਮੁਕਤ ਹੋ ਜਾਵੇਗਾ। ਸਤਨਾਮ ਕੋ ਚੜਬੋ ਰੰਗ। ਬਾਕੀ ਸੱਚੇ ਪਰਮਾਤਮਾ ਦਾ ਜਿਹੜਾ ਨਾਮ ਦਾ ਰੰਗ ਇਸ ਜੀਵ ਨੂੰ ਗ੍ਰਸਤ ਵਿੱਚ ਰਹਿੰਦਿਆਂ ਹੀ ਚੜ ਜਾਂਦਾ। ਗ੍ਰਸਤ ਬਿਨਾਨ ਹੈ ਅਪਰ ਜਤਨ ਆਪ। ਬਾਕੀ ਹੁਣ ਜਿੰਨੇ ਵੀ ਕਲਯੁਗ ਦੇ ਸਮੇਂ ਦੇ ਵਿੱਚ ਗ੍ਰਸਤੀ ਹੋਣ ਤੋਂ ਬਿਨਾਂ ਕੋਈ ਹੋਰ ਯਤਨ ਨਹੀਂ ਬਣ ਆਉਂਦਾ। ਬਣ ਮੈਂ ਛੁੱਟ ਰਹਿਓ ਨਹਿ ਜਾਏ। ਜੇ ਬੰਦਾ ਬਨ ਜੰਗਲ ਦੇ ਵਿੱਚ ਵੀ ਜਾ ਕੇ ਬੈਠ ਜਾਵੇ ਕਿ ਮੈਂ ਗ੍ਰਸਤੀ ਨਹੀਂ ਹੋਵਾਂਗਾ, ਗ੍ਰਸਤੀਆਂ ਨਾਲ ਲੈਣ ਦੇਣ ਨਹੀਂ ਕਰਾਂਗਾ, ਬੋਲ ਚਾਲ ਨਹੀਂ ਕਰਾਂਗਾ, ਸਤਿਗੁਰੂ ਕਹਿੰਦੇ ਭੁੱਖਿਆਂ ਤੋਂ ਜੰਗਲ ਵਿੱਚ ਬੈਠਿਆ ਵੀ ਨਹੀਂ ਜਾਂਦਾ। ਨਗਰ ਨਿਕਟ ਜਬ ਰਹਿਣ ਲੱਗਾ ਇਹੋ। ਜੇ ਜਦੋਂ ਇਹ ਕਿਤੇ ਜੀਵ ਨੇੜੇ ਹੀ ਕਿਸੇ ਨਗਰ ਪਿੰਡ ਦੇ ਕੱਖਾਂ ਦੀ ਕੁੱਲੀ ਬਣਾ ਕੇ ਜਾਂ ਜੰਗਲ ਵਿੱਚ ਰਹਿਣ ਲੱਗ ਜਾਵੇ, ਨਰ ਨਾਰੀ ਮਿਲ ਹੈ ਸਮੁਦਾਏ। ਫਿਰ ਮਾਈ ਭਾਈ ਨਗਰ ਦੇ ਉਸ ਨੂੰ ਆ ਕਰਕੇ ਮਿਲਦੇ ਨੇ ਜਾਂ ਆਪਣਾ ਉਹ ਰਾਬਤਾ ਕਾਇਮ ਕਰਦਾ ਹੈ। ਭੋਜਨ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਲੋਕਾਂ ਨਾਲ ਮਿਲਾਪ ਕਰਦਾ। ਮਿਲੇ ਬੀਚ ਮਨ ਹੈ ਵਿਕਾਰ ਹੋਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਇਸ ਤਰ੍ਹਾਂ ਦਾ ਜੀਵ ਜੰਗਲ ਵਿੱਚ ਬੈਠਾ ਹੋਵੇ ਤੇ ਉਹਦੇ ਮਨ ਵਿੱਚ ਕੋਈ ਵਿਕਾਰ ਨਾ ਪੈਦਾ ਹੋਣਾ ਕਰੇ। ਅਸ ਬਿਰਲੋ ਜਗ ਮਹਿ ਕੋ ਆਏ। ਇਸ ਤਰ੍ਹਾਂ ਦਾ ਬੰਦਾ ਤੇ ਦੁਨੀਆ ਵਿੱਚ ਕੋਈ ਵਿਰਲਾ ਹੀ ਆਵੇਗਾ। ਜਨ ਨਾਨਕ ਕੋਟਾਂ ਮੈਂ ਕੋ ਨਾਰਾਇਣ ਜੀ ਜੀਤ। ਕਰੋੜਾਂ ਵਿੱਚੋਂ ਇੱਕ ਅੱਧਾ ਹੋਣਾ ਜਿਹੜਾ ਜੰਗਲ ਵਿੱਚ ਬੈਠ ਕੇ ਵਿਕਾਰਾਂ ਤੋਂ ਰਹਿਤ ਹੋ ਜਾਵੇ। ਇਮਨ ਹੈ ਪ੍ਰਿਯ ਕੋ ਵਿਖਹਿ ਤਿਆਗ ਕਰ। ਤੇ ਕਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਤ੍ਰੀਮਤ ਨੂੰ ਵੇਖ ਕਰਕੇ ਕਿਵੇਂ ਨਾ ਭਾਈ ਉਹ ਤਿਆਗ ਕਰਨਾ ਕਰੇਗਾ, ਕਿਸੇ ਤੋਂ ਤਿਆਗ ਨਹੀਂ ਹੁੰਦਾ। ਇਸ ਲਈ ਐਸਾ ਜਿਹੜੇ ਤ੍ਰੀਮਤ ਦੇ ਰੰਗ ਰੂਪ ਨੂੰ ਵੇਖ ਕਰਕੇ ਕਿਸੇ ਤੋਂ ਇਹ ਤਿਆਗੇ ਨਹੀਂ ਜਾਂਦੇ ਵਿਕਾਰ। ਜਾਂ ਤੇ ਗ੍ਰਸਤ ਵਿਖਿਆ ਪ੍ਰਭ ਪਾਏ। ਇਸ ਲਈ ਗ੍ਰਸਤ ਜਿਹੜਾ ਧਰਮ ਹੈ ਇਹੀ ਸਾਰਿਆਂ ਤੋਂ ਉੱਚਾ ਮੰਨਿਆ ਜਾਂਦਾ ਹੈ। ਇਹਦੇ ਵਿੱਚ ਰਹਿ ਕਰਕੇ ਨਿਯਮਾਂ ਵਿੱਚ ਚੱਲਣਾ ਕਰੇ ਤੇ ਪਰਮਾਤਮਾ ਨੂੰ ਪਾ ਲੈਂਦਾ। ਨਿਜ ਤਨ ਤੇ ਸ਼ਰਮ ਕਰੈ ਖਾਟ ਧਨ। ਆਪਣੇ ਸਰੀਰ ਦੇ ਉੱਤੇ ਕਮਾਈ ਕਰਦਿਆਂ ਜਦੋਂ ਥਕੇਵਾਂ ਚੱਲਣਾ ਕਰੇਗਾ ਤੇ ਧਨ ਦੀ ਕਮਾਈ ਕਰੇਗਾ। ਬਹੁਰ ਬਾਂਟ ਕਰ ਭੋਜਨ ਖਾਏ। ਫਿਰ ਵੰਡ ਕਰਕੇ ਜਿੰਨਾ ਧਨ ਹੋਵੇਗਾ ਉਹਦਾ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਸੰਗਤਾਂ ਵਿੱਚ ਵੰਡ ਕੇ ਖਾਵੇ। ਬਿਨ ਹੰਕਾਰ ਕਰਹਿ ਸਤ ਸੰਗਤ। ਜਦੋਂ
ਸਤ ਸੰਗਤ ਦੇ ਵਿੱਚ ਗ੍ਰਸਤੀ ਬੰਦੇ ਨੇ ਜਾਣਾ ਤੇ ਬਿਨਾਂ ਹੰਕਾਰ ਤੋਂ ਹੋ ਕੇ ਜਾਣਾ ਕਰੇ, ਪਹੁੰਚਣਾ ਕਰੇ। ਪੰਗਤ ਬੈਠ ਭਗਤ ਕਰ ਭਾਏ, ਫਿਰ ਪੰਗਤ ਦੇ ਵਿੱਚ ਬੈਠ ਕਰਕੇ ਪ੍ਰਸ਼ਾਦਾ ਪਾਣੀ ਭੋਜਨ ਲੰਗਰ ਛਕਣਾ ਕਰੇ। ਫਿਰ ਜਿਹੜੀ ਭਾਏ ਪ੍ਰੇਮ ਦੇ ਸੰਯੁਗਤ ਭਗਤੀ ਕਰੇ ਪਰਮਾਤਮਾ ਦੀ। ਸ੍ਰੀ ਪ੍ਰਭ ਕੀ ਇੱਕ ਸਰਨ ਬਿਨਾ ਆਬ। ਇੱਕ ਅੱਜ ਜਿਹੜਾ ਕਲਯੁਗ ਦਾ ਸਮਾਂ ਸਤਿਗੁਰੂ ਜੀ ਕਹਿੰਦੇ ਚੱਲ ਰਿਹਾ, ਇਸ ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਦੀ ਭਗਤੀ ਕੀਤੀ ਤੋਂ ਬਿਨਾਂ ਆਪਰ ਜਤਨ ਕੋ ਸਮੋ ਨਾ ਕਾਏ। ਹੋਰ ਜਿੰਨੇ ਕੋਈ ਜਗ ਕਰਨੇ, ਪੁੰਨ ਦਾਨ ਕਰਨੇ, ਹਵਨ ਕਰਨੇ, ਇਸ ਪ੍ਰਕਾਰ ਕਿਸੇ ਦਾ ਵੀ ਭਾਈ ਸਮਾਂ ਨਹੀਂ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ, ਆਨ ਰੁੱਤ ਨਾਹੀ ਨਾਹੀ ਮਤ ਭਰਮ ਭੂਲੋ। ਪੁਰਾਣੇ ਯੁੱਗਾਂ ਦੇ ਅੰਦਰ ਇਹ ਜਿਹੜੇ ਜਗ ਕੀਤੇ ਜਾਂਦੇ, ਤਪ ਕੀਤੇ ਜਾਂਦੇ ਸਨ, ਤੇ ਸਾਧ ਸੰਗਤ ਅੱਜ ਦਾ ਸਮਾਂ ਪਰਮਾਤਮਾ ਦਾ ਸਿਮਰਨ ਕਰਨ ਦਾ ਹੈ। ਗ੍ਰਸਤੀ ਹੋ ਕਰਕੇ ਨਿਯਮਾਂ ਦੇ ਵਿੱਚ ਚੱਲਣਾ ਕਰੇ, ਬਾਕੀ ਹੋਰ ਯਤਨ ਕਰਨ ਦਾ ਸਮਾਂ ਨਹੀਂ ਹੈ। ਜਾਤੇ ਗ੍ਰਸਤ ਵਿਖੈ ਉਪਦੇਸ਼ਨਾ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗ੍ਰਸਤ ਧਰਮ ਦੇ ਅੰਦਰ ਰਹਿ ਕਰਕੇ ਇੱਥੇ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ, ਕਰਤ ਕਿਰਤ ਹਰ ਨਹਿ ਬਿਸਰਾਏ। ਉਪਦੇਸ਼ ਦੀ ਕਮਾਈ ਕਰਦਿਆਂ ਦਸਾਂ ਨੌਹਾਂ ਦੀ ਕਿਰਤ ਕਮਾਈ ਕਰੇ, ਦਸਵੰਧ ਕੱਢਣਾ ਕਰੇ, ਹਰੀ ਪਰਮਾਤਮਾ ਨੂੰ ਕਦੇ ਭੁਲਾਉਣਾ ਨਾ ਕਰੇ ਜੀਵ। ਦੋਹਰਾ ਆਇਸ ਗੁਰ ਕੀ ਪਾਏ ਕਰ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਗਿਆ ਪਾ ਕੇ, ਹੁਕਮ ਮੰਨ ਕੇ ਬੋਲਿਓ ਸ਼ਾਹ ਹੁਸੈਨ। ਇਹ ਜਿਹੜਾ ਛੱਜੂ ਸੀ ਸਾਧ ਸੰਗਤ ਤੇ ਤਾਂ ਚੁੱਪ ਕਰ ਗਿਆ। ਹੁਣ ਸ਼ਾਹ ਹੁਸੈਨ ਸਾਹਮਣੇ ਬੈਠਾ ਸੀ, ਬੋਲਣ ਲੱਗਿਆ। ਸਭਾ ਲਿਖੈ ਸਭ ਹੀ ਸੁਣੈ। ਜਿੰਨੀ ਸਭਾ ਲੱਗੀ ਸੰਗਤ ਹੈ, ਗੁਰੂ ਦੀਆਂ ਸਾਰੀਆਂ ਸੰਗਤਾਂ ਸੁਣਦੀਆਂ। ਤਿਸ ਕੀ ਦਿਸ਼ ਕਰ ਨੈਣ। ਉਸ ਦੇ ਵੱਲ ਨੈਣ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਨੇਤਰ ਕੀਤੇ ਨੇ ਵੀ ਸ਼ਾਹ ਹੁਸੈਨ ਤੂੰ ਕੀ ਲੈ ਕੇ ਲਿਆਇਆ ਹੈ, ਤੂੰ ਵੀ ਆਪਣੀ ਬਾਣੀ ਉਚਾਰਨ ਕਰਕੇ ਸੁਣਾ ਦੇ। ਜਦੋਂ ਸਤਿਗੁਰਾਂ ਨੇ ਇਸ਼ਾਰਾ ਕੀਤਾ ਤੇ ਬੋਲਿਆ, ਸਾਹ ਹੁਸੈਨੋ ਆਵਾਜ਼ ਚੁੱਪ ਵੇ ਅੜਿਆ, ਚੁੱਪ ਵੇ ਅੜਿਆ। ਇਹ ਜਿਹੜਾ ਸ਼ਾਹ ਹੁਸੈਨ ਸੀ ਤੇ ਸਤਿਗੁਰਾਂ ਦੇ ਸਾਹਮਣੇ ਜਿਹੜੀ ਬਾਣੀ ਲਿਖ ਕੇ ਲਿਆਇਆ ਸੁਣਾਉਣ ਲੱਗਿਆ, ਕਹਿੰਦਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ। ਅੜਿਆ ਦਾ ਅਰਥ ਹੁੰਦਾ ਪਿਆਰਿਆ, ਇਹ ਪਿਆਰੇ ਤੂੰ ਚੁੱਪ ਕਰਕੇ ਦੁਨੀਆ ਵਿੱਚ ਰਹਿਣਾ ਕਰ। ਇਹ ਪਿਆਰੇ ਕਿਸੇ ਨਾਲ ਬੋਲਣ ਦੀ ਲੋੜ ਨਹੀਂ ਹੈ, ਬਿਲਕੁਲ ਚੁੱਪ ਹੋ ਕੇ ਮੌਨੀ ਹੋ ਕੇ ਰਹਿਣਾ ਕਰ। ਬੋਲਣ ਦੀ ਨਹੀਂ ਜਾਏ ਵੇ ਅੜਿਆ। ਇਹ ਅੜਿਆ, ਇਹ ਪਿਆਰੇ, ਇਹ ਜਿਹੜੀ ਜਗ੍ਹਾ ਹੈ ਸੰਸਾਰ, ਇਹ ਬੋਲਣ ਦੀ ਜਗ੍ਹਾ ਨਹੀਂ ਹੈ। ਇੱਥੇ ਦੁਨੀਆ ਵਿੱਚ ਕਿਸੇ ਨਾਲ ਗੱਲਬਾਤ ਹੀ ਨਾ ਕਰ, ਕਿਸੇ ਦੇ ਨਾਲ ਬਚਨਾਂ ਦੀ ਸਾਂਝ ਨਾ ਕਰਨੀ ਕਰ। ਸੱਜਣਾ ਬੋਲਣ ਦੀ ਜਾਏ ਨਾਹੀ। ਸੱਜਣਾ ਦਾ ਅਰਥ ਵੀ ਪਿਆਰਾ ਹੁੰਦਾ। ਇਹ ਪਿਆਰਿਆ, ਇਹ ਜਿਹੜੀ ਜਾਏ ਜਗ੍ਹਾ ਹੈ, ਇਹ ਬੋਲਣ ਦੀ ਜਗ੍ਹਾ ਨਹੀਂ। ਗੱਲਾਂ ਬਾਤਾਂ ਨਾ ਕਰ ਦੁਨੀਆ ਵਿੱਚ ਕਿਸੇ ਨਾਲ ਵੀ। ਅੰਦਰ ਬਾਹਰ ਹਿੱਕਾ ਸਾਈ। ਤੇਰੇ ਅੰਦਰ ਸਰੀਰ ਵਿੱਚ, ਹਿਰਦੇ ਅੰਦਰ ਵੀ ਹਿੱਕਾ ਦਾ ਅਰਥ ਇੱਕੋ ਸਾਈ ਪਰਮਾਤਮਾ ਹੈ, ਤੇ ਬਾਹਰ ਸੰਸਾਰ ਵਿੱਚ ਵੀ ਇੱਕੋ ਪਰਮਾਤਮਾ ਹੀ ਹੈ। ਦੂਜੇ ਦੇ ਅੰਦਰ ਵੀ ਇੱਕ ਪਰਮਾਤਮਾ, ਤੇਰੇ ਅੰਦਰ ਵੀ ਇੱਕੋ ਪਰਮਾਤਮਾ। ਇਸ ਲਈ ਕੀ ਬੋਲੇਗਾ, ਕੀ ਸੁਣੇਗਾ ਤੇ ਕੀ ਸੁਣਾਵੇਗਾ। ਕਹਿੰਦਾ ਕਿਸੇ ਨਾਲ ਕੋਈ ਬੋਲਣ ਦੀ ਲੋੜ ਨਹੀਂ ਦੁਨੀਆ ਵਿੱਚ। ਕਿਸ ਨੂੰ ਆਖ ਸੁਣਾਈ। ਜੇ ਕੋਈ ਦੂਜਾ ਹੋਵੇ ਤਾਂ ਬੋਲ ਕੇ ਸੁਣਾਈਦਾ। ਤੇਰੇ ਅੰਦਰ ਰੱਬ ਹੈ ਤੇ ਬਾਹਰ ਵੀ ਰੱਬ ਹੈ, ਦੂਜੇ ਵਿੱਚ ਵੀ ਰੱਬ ਹੈ ਤੇ ਤੀਜੇ ਦੇ ਅੰਦਰ ਵੀ ਰੱਬ ਦੀ ਜੋਤ ਹੈ। ਫਿਰ ਬੋਲ ਕਰਕੇ ਕਿਹਨੂੰ ਸੁਣਾਉਣਾ ਹੈ। ਇੱਕੋ ਦਿਲਬਰ ਸਭ ਘਟ ਰਵਿਆ। ਸਾਰੇ ਜਿੰਨੇ ਸਰੀਰ ਨੇ ਉਹਨਾਂ ਵਿੱਚ ਦਿਲਬਰ ਦਾ ਅਰਥ ਵੀ ਪਿਆਰਾ ਹੁੰਦਾ। ਜਿਹੜਾ ਸਾਰਿਆਂ ਦਾ ਪਿਆਰਾ ਆਤਮਾ ਰੂਪ ਕਰਕੇ ਪਰਮਾਤਮਾ ਹੀ ਵਿਆਪਕ ਹੋ ਰਿਹਾ ਦਿਲਾਂ ਵਿੱਚ। ਦੂਜੀ ਨਹੀਂ ਕਦਾਈ। ਦੂਜੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਵਸਤੂ ਹੀ ਨਹੀਂ ਹੈ ਕਦਾ ਚਿਤ। ਕਹੇ ਹੁਸੈਨ ਫਕੀਰ ਨਿਮਾਣਾ। ਇਸ ਪ੍ਰਕਾਰ ਸ਼ਾਹ ਹੁਸੈਨ ਕਹਿੰਦਾ ਮੈਂ ਬੜਾ ਨਿਮਾਣਾ ਜਿਹਾ ਨਿਮਰਤਾ ਵਾਲਾ ਫਕੀਰ ਹੋ ਕਰਕੇ ਕਹਿਣਾ ਕਰਦਾ ਹਾਂ। ਸਤਿਗੁਰ ਥੋਂ ਬਲ ਬਲ ਜਾਹੀ। ਮੈਂ ਆਪਣੇ ਗੁਰੂ ਤੋਂ ਬਲ ਬਲ ਕੁਰਬਾਨ ਜਾਣਾ ਕਰਦਾ। ਪਰਮੇਸ਼ਰ ਬ੍ਰਹਮ ਸਰੂਪ ਤੋਂ ਕਹਿੰਦਾ ਬੋਲਣ ਦੀ ਕੋਈ ਲੋੜ ਹੀ ਨਹੀਂ ਹੈ। ਸੋਈਆ ਛੰਦ ਸ੍ਰੀ ਅਰਜਨ ਮੁਸਕਾਵਤ ਬੋਲੀ। ਜਦੋਂ ਇਹ ਸ਼ਾਹ ਹੁਸੈਨ ਦੇ ਬੋਲ ਗੁਰੂ ਅਰਜਨ ਸਾਹਿਬ ਜੀ ਨੇ ਕਵਿਤਾ ਦੇ ਸੁਣੇ, ਗੁਰੂ ਅਰਜਨ ਦੇਵ ਸਾਹਿਬ ਜੀ ਹੱਸਣ ਲੱਗ ਪਏ।
ਇਹਦੇ ਬੋਲ ਸੁਣ ਕੇ ਸਤਿਗੁਰੂ ਖਿੜ ਖੜਾ ਕੇ ਹੱਸੇ ਨੇ, ਆਪਣੀ ਰਸਨਾ ਤੋਂ ਉਚਾਰਨ ਕੀਤਾ। ਕਰੁਣਾ ਭਰੇ ਰਸੀਲੇ ਨੈਣ, ਜਿਹੜੇ ਸਤਿਗੁਰਾਂ ਦੇ ਨੇਤਰ ਸੀ ਕਰਨਾ ਕਿਰਪਾ ਦੇ ਭਰੇ ਹੋਏ ਰਸਾਂ ਦਾ ਘਰ ਹਨ। ਭਲਾ ਕਹਿਓ ਚੁਪ ਕਰੋ ਹਿਰਦੈ ਰੱਖ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸ਼ਾਹ ਹੁਸੈਨ ਜੀ ਤੁਸੀਂ ਬਹੁਤ ਚੰਗਾ ਕਿਹਾ ਹੈ ਕਿ ਆਪਣੇ ਹਿਰਦੇ ਦੇ ਅੰਦਰ ਆਪਣੇ ਆਪ ਨੂੰ ਚੁੱਪ ਕਰਕੇ ਰੱਖਣਾ ਚਾਹੀਦਾ। ਰਹੋ ਅਬੋਲੇ ਸ਼ਾਹ ਹੁਸੈਨ। ਇਸ ਲਈ ਸ਼ਾਹ ਹੁਸੈਨ ਜੀ ਅਬੋਲੇ ਦਾ ਅਰਥ ਬੋਲਣ ਤੋਂ ਰਹਿਤ ਹੀ ਤੁਸੀਂ ਰਹਿਣਾ ਕਰੋ, ਕਿਸੇ ਨਾਲ ਕੋਈ ਬੋਲਣ ਦੀ ਲੋੜ ਨਹੀਂ ਤੁਹਾਨੂੰ। ਇਹ ਤਿੰਨੋਂ ਸ੍ਰੀ ਗੁਰ ਕੇ ਸਨਮੁਖ। ਇਹ ਜਦੋਂ ਤਿੰਨੇ ਹੀ ਸਾਧ ਸੰਗਤ ਜੀ, ਪੀਲੂ ਜੀ ਤੇ ਦੂਸਰਾ ਜਿਹੜਾ ਛੱਜੂ ਹੈ ਤੇ ਤੀਸਰਾ ਸ਼ਾਹ ਹੁਸੈਨ ਹੈ, ਇਹ ਤਿੰਨੇ ਜਦੋਂ ਸਤਿਗੁਰਾਂ ਦੇ ਸਾਹਮਣੇ ਬੈਠੇ ਹਨ, ਪ੍ਰਭ ਉੱਤਰ ਕੋ ਕਹਿਓ ਨਾ ਬੈਣ। ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਤਿੰਨਾਂ ਦੀ ਬਾਣੀ ਸੁਣ ਕਰਕੇ ਇਨਕਾਰ ਕਰ ਦਿੱਤਾ, ਕੋਈ ਬੋਲ ਨਹੀਂ ਇਹਨਾਂ ਨੇ ਬੋਲਿਆ। ਪਤਾ ਸੀ ਇਹਨਾਂ ਨੂੰ ਵੀ ਪਹਿਲਾਂ ਕਾਨਾ ਬੋਲਿਆ ਹੈ, ਤੇ ਸਤਿਗੁਰੂ ਜੀ ਨੇ ਕਹਿ ਦਿੱਤਾ ਤੈਨੂੰ ਆਪਣਾ ਨਹੀਂ ਪਤਾ, ਤੂੰ ਸ਼ਾਮ ਨੂੰ ਲਾਹੌਰ ਪਹੁੰਚੇਗਾ ਕਿ ਨਹੀਂ ਪਹੁੰਚੇਗਾ। ਇਹਨਾਂ ਦੇ ਹਿਰਦਿਆਂ ਦੇ ਅੰਦਰ ਵੀ ਬੜਾ ਡਰ ਬੈਠਾ ਹੋਇਆ, ਕੋਈ ਸ਼ਬਦ ਗੁਰਾਂ ਦੇ ਅੱਗੇ ਨਹੀਂ ਬੋਲੇ। ਭਏ ਪ੍ਰਥਮ ਹੀ ਸ਼ਰਾਬ ਘੋਰ ਬੋਹ। ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਉਸ ਕਾਨੇ ਦੇ ਪ੍ਰਥਾਏ ਸ਼ਬਦ ਰਸਨਾ ਤੋਂ ਨਿਕਲ ਗਏ ਸਨ, ਉਹਨਾਂ ਤੋਂ ਬਹੁਤੇ ਹੀ ਡਰਦੇ ਹਨ। ਯਾਦੇ ਸ਼ਾਂਤ ਕੀਨ ਮਨ ਚੈਨ। ਇਸ ਲਈ ਇਹ ਸ਼ਾਂਤ ਰੂਪ ਹੋ ਕਰਕੇ ਟਿਕ ਕੇ ਬੈਠ ਕੇ ਮਨ ਵਿੱਚ ਇਹਨਾਂ ਦੇ ਸ਼ਾਂਤੀ ਵਰਤ ਗਈ। ਅਨਰਸ ਭਇਓ ਸੰਗ ਸ੍ਰੀ ਗੁਰ ਕੇ। ਤੇ ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਮਣੇ ਅਨ ਰਸ ਦਾ ਅਰਥ ਹੁੰਦਾ ਬੇਰਸੀ ਇਹਨਾਂ ਦੀ ਹੋ ਗਈ। ਇਹ ਤਾਂ ਰਸ ਪ੍ਰੇਮ ਲੈ ਕਰਕੇ ਆਏ ਸੀ ਵੀ ਸਾਡੀ ਬਾਣੀ ਵੀ ਗੁਰੂ ਸਾਹਿਬ ਜੀ ਪਿਆਰ ਦੇ ਨਾਲ ਦਰਜ ਕਰਨਗੇ, ਸਾਡੇ ਅੰਦਰ ਵੀ ਪ੍ਰੇਮ ਦਾ ਪ੍ਰਵਾਹ ਚੱਲੇਗਾ। ਤੇ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਜਦੋਂ ਬੇਰਸੀ ਇਹਨਾਂ ਦੀ ਹੋ ਗਈ, ਉਠ ਕਰ ਗਮਨੇ ਲਾਪੁਰੇ ਔਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਉੱਠ ਕਰਕੇ ਇਹ ਤੁਰ ਪਏ ਨੇ। ਕਿੱਧਰ ਨੂੰ ਤੁਰੇ ਨੇ? ਲਾਹੌਰ ਦਾ ਰਸਤਾ ਤਿੰਨਾਂ ਭਗਤਾਂ ਨੇ ਲੈ ਲਿਆ। ਸ੍ਰੀ ਅੰਮ੍ਰਿਤਸਰ ਨਹੀਂ ਬਾਸ ਕੀਏ। ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਨਗਰੀ ਵਿੱਚ ਬਸਣਾ ਨਹੀਂ ਕੀਤਾ, ਇੱਕ ਰਾਤ ਵੀ ਨਹੀਂ ਰੁਕੇ ਹਨ। ਬਸ ਨਾ ਚਲਿਓ ਕੁਛ ਲੱਖ ਗੁਰ ਜੋਰ। ਸਤਿਗੁਰੂ ਪਾਤਸ਼ਾਹ ਜੀ ਦਾ ਬਹੁਤ ਭਾਰੀ ਜ਼ੋਰ ਜਾਣ ਕਰਕੇ ਗੁਰੂ ਦੇ ਸਾਹਮਣੇ ਕੀ ਇਹਨਾਂ ਦਾ ਬਸ ਚੱਲ ਸਕਦਾ। ਨਿਜ ਆਵਨ ਕੋ ਕਰ ਪਛਤਾਵਨ। ਇਹ ਮਨ ਦੇ ਵਿੱਚ ਸੋਚਦੇ ਪਛਤਾਉਂਦੇ ਨੇ ਵੀ ਅਸੀਂ ਕਾਹਦੇ ਵਾਸਤੇ ਆਉਣਾ ਸੀ ਲਾਹੌਰ ਤੋਂ ਚੱਲ ਕੇ ਸਤਿਗੁਰਾਂ ਕੋਲ। ਲਹਿਓ ਅਨਾਦਰ ਸ਼ਰਾਪ ਜੋ ਘੋਰ। ਜਿਹੜਾ ਭਿਆਨਕ ਗੁਰੂ ਸਾਹਿਬ ਦੀ ਰਸਨਾ ਤੋਂ ਕਾਨੇ ਵਰਗਿਆਂ ਨੇ ਐਸਾ ਜਿਹੜਾ ਬਚਨ ਲੈ ਲਿਆ, ਇਹ ਸ਼ਰਾਪ ਦੀ ਨਿਆਈ ਜਾਣਦੇ ਨੇ, ਪਰੰਤੂ ਸਤਿਗੁਰੂ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਨੇ ਤੇ ਉਹਦਾ ਹੰਕਾਰ ਤੋੜਨ ਵਾਸਤੇ ਕਹਿ ਦਿੱਤਾ ਕਿ ਤੂੰ ਆਪਣੀ ਮੌਤ ਬਾਰੇ ਜਾਣਦਾ ਨਹੀਂ, 500 ਸਾਲ ਦੀਆਂ ਉਮੀਦਾਂ ਲਾਈ ਬੈਠਾ, ਤੇਰਾ ਤੇ ਅੰਤ ਸ਼ਾਮ ਨੂੰ ਹੋ ਜਾਣਾ। ਇਹਨਾਂ ਭਗਤਾਂ ਨੇ ਸੋਚਿਆ ਵੀ ਇਹ ਤਾਂ ਨਰਾਦਰ ਹੋ ਗਿਆ ਉਸ ਕਾਨੇ ਦਾ, ਸਤਿਗੁਰੂ ਜੀ ਨੇ ਸ਼ਾਇਦ ਉਹਨਾਂ ਨੂੰ ਸ਼ਰਾਪ ਹੀ ਦੇ ਦਿੱਤਾ ਹੈ। ਰਹਿਤ ਸਦਨ ਆਪਣੇ ਚਿਤ ਹਰਖਤ। ਤੇ ਇਸ ਲਈ ਫਿਰ ਆਪਣੇ ਘਰ ਦੇ ਅੰਦਰ ਹੀ ਕਹਿੰਦੇ ਪ੍ਰਸੰਨਤਾ ਦੇ ਨਾਲ ਆਪਾਂ ਰਹਿਣਾ ਸੀ। ਕਿਉਂ ਆਏ ਲਾਹੌਰ ਤੋਂ? ਕਿਵੇਂ ਆਵਤ ਇਮ ਹੋਏ ਸਠੌਰ। ਤੇ ਇਸ ਪ੍ਰਕਾਰ ਦੇ ਨਾਲ ਸਾਡਾ ਇਸ ਜਗ੍ਹਾ ਤੇ ਆਉਣਾ ਹੁੰਦਾ, ਤੇ ਜੇਕਰ ਅਸੀਂ ਉੱਥੇ ਲਾਹੌਰ ਦੇ ਵਿੱਚ ਹੀ ਟਿਕੇ ਰਹਿੰਦੇ, ਤਬ ਸਿੰਦਨ ਮਹਿ ਕਾਨਾ ਛੱਡ ਕਰ। ਇਧਰੋਂ ਇਹ ਤਿੰਨੇ ਜਿਹੜੇ ਭਗਤ ਨੇ ਇਹ ਲਾਹੌਰ ਵੱਲ ਨੂੰ ਤੁਰ ਪਏ ਨੇ, ਉਧਰੋਂ ਕਾਨਾ ਭਗਤ ਜਿਹੜਾ ਸੀ ਇਹ ਰਾਤ ਦੇ ਵਿੱਚ ਸਵਾਰ ਹੋ ਕੇ ਇਹ ਵੀ ਤੁਰ ਪਿਆ। ਬੈਠਿਓ ਪਦਮ ਆਸਨ ਕੋ ਮਾਰ। ਤੇ ਪਦਮ ਆਸਨ ਜਿਹੜਾ ਜੋਗੀ ਲੋਕ ਲਾਉਂਦੇ ਨੇ, ਸਮਾਧੀ ਲਾਉਣ ਲੱਗੇ 10ਵੇਂ ਦਵਾਰ ਵਿੱਚ ਜਦੋਂ ਸਵਾਸ ਚੜਾਉਂਦੇ ਨੇ, ਇਹਨੇ ਰਾਤ ਦੇ ਵਿੱਚ ਬੈਠ ਕੇ ਪਦਮ ਆਸਨ ਲਾ ਲਿਆ। ਮਹਾਯੋਗ ਅਭਿਆਸੀ ਬਲ ਤੇ। ਇਹ ਬੜਾ ਹੀ ਯੋਗ ਦਾ ਅਭਿਆਸੀ ਬੰਦਾ ਸੀ, ਬੜਾ ਇਹਦੇ ਕੋਲ ਬਲ ਜ਼ੋਰ ਸੀ ਕਮਾਈ ਕਰਦਿਆਂ ਹੋਇਆਂ। ਪੌਣ ਚੜਾਈ ਦਸਵੇਂ ਦੁਆਰ।
ਇਹਨੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਆਪਣੇ ਜ਼ੋਰ ਦੇ ਨਾਲ ਜਿਹੜੇ ਸਵਾਸ ਨੇ 10ਵੇਂ ਦਵਾਰ ਦੇ ਵਿੱਚ ਟਿਕਾ ਲਏ, ਚੜਾ ਲਏ। ਸ੍ਰੀ ਅਰਜਨ ਕੇ ਸ਼ਰਾਪ ਕਹੇ ਤੇ ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਬਚਨ ਕਹੇ ਹੋਏ ਸਨ ਉਹਨਾਂ ਕਰਕੇ ਚਿਤਵਤ ਚਿਤ ਚੜਾਈ ਚਿਤ ਮਹਿ ਬਹੁ ਡਰ ਧਾਰ। ਤੇ ਇਸ ਪ੍ਰਕਾਰ ਯਾਦ ਕਰਦਾ ਜਾਂਦਾ, ਰਸਤੇ ਦੇ ਵਿੱਚ ਚੇਤੇ ਕਰਦਾ ਹੈ, ਫਿਰ ਬੜਾ ਹੀ ਡਰਦਾ ਜਾਂਦਾ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਪੂਰਨ ਸਤਿਗੁਰੂ ਨੇ ਉਹਨਾਂ ਦਾ ਕਿਹਾ ਹੋਇਆ ਬੋਲ ਕਿਤੇ ਸੱਚਾਈ ਨਾ ਹੋ ਜਾਵੇ। ਇਹਨੂੰ ਬੜਾ ਮਾਣ ਸੀ ਵੀ ਮੈਂ ਤਾਂ 500 ਸਾਲ ਕਰਕੇ ਸਰੀਰ ਵਿੱਚ ਰਹਾਂਗਾ। ਗੁਰੂ ਸਾਹਿਬ ਦੇ ਬਚਨਾਂ ਨੂੰ ਯਾਦ ਕਰਦਾ ਤੇ ਸਾਰੇ ਰਸਤੇ ਇਹਨੂੰ ਡਰ ਲੱਗਦਾ ਗਿਆ। ਨਹਿ ਸਰੀਰ ਸੁਧ ਟਿਕੇ ਸਵਾਸ ਜਾਬ। ਤੇ ਜਦੋਂ ਇਹਨੂੰ ਸਰੀਰ ਦੀ ਸੁੱਧ ਨਾ ਰਹਿਣਾ ਕੀਤੀ, ਇਹਦੇ ਸਵਾਸ ਜਦੋਂ 10ਵੇਂ ਦਵਾਰ ਦੇ ਵਿੱਚ ਟਿਕ ਗਏ। ਗਮਨੇ ਮਾਰਗ ਭਗਤ ਸੋਚਾਰ। ਬੜੇ ਹੀ ਛੇਤੀ ਦੇ ਨਾਲ ਇਹ ਚਾਰੇ ਜਿਹੜੇ ਭਗਤ ਹਨ, ਸ਼ਾਹ ਹੁਸੈਨ ਹੈ, ਪੀਲੂ ਹੈ ਤੇ ਛੱਜੂ ਹੈ ਤੇ ਕਾਨ੍ਹਾ ਹੈ, ਇਹ ਚਾਰੇ ਬੜੀ ਤੇਜ਼ੀ ਦੇ ਨਾਲ ਲਾਹੌਰ ਵੱਲ ਨੂੰ ਤੁਰੇ ਜਾ ਰਹੇ ਨੇ। ਚਲਤ ਕਸਾਉਣ ਮਾਨ ਕਰ ਤੀਨੋ। ਜਦੋਂ ਤੁਰਨਾ ਕੀਤੇ ਅੰਮ੍ਰਿਤਸਰ ਦੀ ਧਰਤੀ ਤੋਂ ਖੋਟੇ ਜਿਹੜੇ ਕੁਸਗਨ ਹੋਣਾ ਕੀਤੇ ਹਨ ਰਸਤੇ ਵਿੱਚ। ਜਾਣੇ ਮਨ ਹੋਏ ਬਿਗਨ ਮਹਾਨ। ਮਨ ਦੇ ਵਿੱਚ ਜਾਣਦੇ ਨੇ ਵੀ ਖੋਟੇ ਮਾੜੇ ਕੁਸਗਨ ਹੋਣ ਲੱਗ ਪਏ ਨੇ। ਇਹਦਾ ਇਹ ਪ੍ਰਤੀਕ ਹੋ ਰਿਹਾ ਵੀ ਬਹੁਤ ਮਾੜਾ ਜਿਹੜਾ ਸਮਾਂ ਸਾਡੇ ਤੇ ਆਉਣ ਵਾਲਾ, ਕੋਈ ਵੱਡਾ ਵਿਘਨ ਪੈ ਜਾਵੇਗਾ। ਸਗਰੇ ਬਾਸੁਰ ਗਮਨੇ ਮਾਰਗ। ਇਸ ਲਈ ਸਾਰਾ ਦਿਨ ਇੱਥੋਂ ਤੁਰ ਕਰਕੇ ਲਾਹੌਰ ਦੇ ਰਸਤੇ ਨੂੰ ਤੁਰੇ ਗਏ। ਕੇਤਕ ਘਟੀ ਰਹਿਓ ਦਿਨਿਆਨ। ਜਦੋਂ ਕੇਤਕ ਕੁਝ ਕੁ ਘੜੀਆਂ ਦਾ ਸਮਾਂ ਰਹਿ ਗਿਆ, ਭਾਵ ਸ਼ਾਮਾਂ ਹੋ ਗਈਆਂ। ਲਾਪੁਰ ਲਗੇ ਬਿਲੋਕਣ ਤਬ ਹੂੰ। ਤੇ ਸਾਹਮਣੇ ਲਾਹੌਰ ਦੀਆਂ ਉੱਚੀਆਂ ਮੰਜ਼ਲਾਂ ਅਟਾਰੀਆਂ ਜਦੋਂ ਇਹਨਾਂ ਨੂੰ ਅੱਖਾਂ ਦੇ ਨਾਲ ਦਿਸਣ ਲੱਗੀਆਂ। ਤਰਾਸ਼ ਸ਼ੋਰ ਕਰ ਭੀ ਸੁਖ ਮਾਨ। ਇਹਨਾਂ ਦੇ ਮਨ ਦੇ ਵਿੱਚੋਂ ਸਾਰਾ ਡਰ ਜਿਹੜਾ ਛੁੱਟ ਗਿਆ ਵੀ ਹੁਣ ਤੇ ਅਸੀਂ ਪਹੁੰਚ ਹੀ ਗਏ ਲਾਹੌਰ ਦੇ ਵਿੱਚ। ਗੁਰੂ ਸਾਹਿਬ ਦੇ ਬਚਨ ਸਾਡੇ ਤੇ ਚੱਲ ਨਹੀਂ ਸਕੇ ਹਨ, ਗੁਰੂ ਦੇ ਬਚਨ ਪੂਰੇ ਨਹੀਂ ਹੋਣਾ ਕੀਤੇ, ਬੜਾ ਮਨ ਦੇ ਵਿੱਚ ਸੁਖ ਮੰਨਿਆ। ਸੂਤ ਜਾਤ ਸਿੰਦਨ ਕੋ ਪ੍ਰੇਰਤ। ਸੂਤ ਦਾ ਅਰਥ ਹੁੰਦਾ ਜਿਹੜਾ ਰਥ ਨੂੰ ਚਲਾਉਣ ਵਾਲਾ ਰਥਵਾਹੀ ਹੈ। ਇਹ ਸਿੰਦਨ ਰਥਾਂ ਨੂੰ ਪ੍ਰੇਰਦਾ ਹੋਇਆ ਬੜੀ ਤੇਜ਼ੀ ਨਾਲ ਲੈ ਕੇ ਤੁਰਦਾ ਜਾ ਰਿਹਾ। ਅਲ ਤੋਰੰਤਾ ਚਲ ਬੈਠਾਨ। ਹੁਣ ਬੜੀ ਛੇਤੀ ਕਰਦਾ ਵੀ ਆਪਣੇ ਸਮੇਂ ਦੇ ਮੁਤਾਬਕ ਦਿਨ ਦੇ ਖੜਿਆ ਸ਼ਾਮ ਦੇ ਵਕਤ ਲਾਹੌਰ ਦੇ ਵਿੱਚ ਆਪਣੇ ਟਿਕਾਣੇ ਤੇ ਪਹੁੰਚ ਜਾਈਏ। ਤਿਸ ਜਿਨ ਮਹਾ ਪ੍ਰਭੰਜਨ ਗਮਣੀ। ਉਸ ਵੇਲੇ ਕੀ ਹੋਇਆ, ਬੜੀ ਹੀ ਬਲਵਾੜੀ ਪ੍ਰਭੰਜਨ ਨਾਮ ਹੁੰਦਾ ਹਵਾ, ਜਿਹੜੀ ਹਨੇਰੀ ਦੇ ਵਾਂਗੇ ਚੱਲਣਾ ਕੀਤੀ। ਭੰਜਨ ਬ੍ਰਿਸ਼ ਅਨੇਕਨ ਕੇਰ। ਇੰਨੀ ਤੇਜ਼ ਹਵਾ ਚੱਲੀ, ਹਨੇਰੀ ਝੱਖੜ ਚੱਲੇ ਨੇ, ਵੱਡੇ ਵੱਡੇ ਦਰਖਤ ਭੰਨ ਦਿੱਤੇ, ਜੜਾਂ ਤੋਂ ਪੁੱਟ ਕੇ ਸੁੱਟ ਦਿੱਤੇ। ਕੰਕਰ ਸਹਿਤ ਧੂਲ ਬਹੁ ਉੱਡ ਕਰ। ਕੰਕਨ ਨਾਮ ਹੁੰਦਾ ਛੋਟੇ ਛੋਟੇ ਜਿਹੜੇ ਮਿੱਟੀ ਦੇ ਕੋਈ ਕੈਂਕਰ ਨੇ, ਉਹਨਾਂ ਦੇ ਸਮੇਤ ਬਹੁਤ ਸਾਰੀ ਧੂੜ ਜਿਹੜੀ ਮਿੱਟੀ ਘਟਾ ਅਸਮਾਨ ਵੱਲ ਨੂੰ ਉੱਡਣਾ ਕੀਤਾ। ਪਸਰੀ ਜਿਤ ਕਿਤ ਗਗਨ ਬੜੇਰ। ਜਿੱਧਰ ਕਿਧਰ ਵੇਖਦੇ ਨਜ਼ਰ ਮਾਰ ਕੇ ਬਹੁਤ ਜ਼ਿਆਦਾ ਮਿੱਟੀ ਘਟਾ ਗਗਨ ਆਕਾਸ਼ ਦੇ ਵੱਲ ਨੂੰ ਫੈਲ ਗਿਆ। ਲੋਕਨ ਪਸੁਨ ਬਲੋਚਨ ਮੁੰਦੇ। ਲੋਕਾਂ ਦੇ ਜਿਹੜੇ ਅੱਖਾਂ ਸੀ ਉਹਨਾਂ ਦੇ ਨੇਤਰ ਇਹ ਵੀ ਮਿੱਟੀ ਘੱਟੇ ਨੇ ਬੰਦ ਕਰ ਦਿੱਤੇ। ਜਿੰਨੇ ਪਸ਼ੂ ਨੇ, ਜੀਵ ਜੰਤੂ ਨੇ, ਸਾਰਿਆਂ ਦੀਆਂ ਅੱਖਾਂ ਹਨੇਰੀ ਨੇ ਬੰਦ ਕਰ ਦਿੱਤੀਆਂ। ਆਗੇ ਪਾਛੇ ਜਾਏ ਨਾ ਹੇਰ। ਇਹ ਜਿਹੜੇ ਐਸੇ ਰਥਵਾਹੀ ਰਥ ਲੈ ਕੇ ਜਾਂਦੇ ਸੀ, ਬਲਦਾਂ ਨੂੰ ਵੀ ਕੁਝ ਨਹੀਂ ਦਿਸਦਾ ਹੈ ਤੇ ਚਲਾਉਣ ਵਾਲੀ ਰਥਵਾਈਆਂ ਨੂੰ ਵੀ ਅੱਗੇ ਪਿੱਛੇ ਕੁਝ ਨਾ ਦਿਸਣਾ ਕੀਤਾ। ਵਿਆਕੁਲ ਕਰੇ ਜੀਵ ਬਹੁ ਜਿਸਨੇ। ਜਿਸ ਭਿਆਨਕ ਹਨੇਰੀ ਝੱਖੜ ਤੂਫਾਨ ਨੇ ਬਹੁਤ ਸਾਰੇ ਜੀਵਾਂ ਨੂੰ ਦੁਖੀ ਕਰ ਛੱਡਿਆ। ਬੜੀ ਅੰਧੇਰੀ ਕੀਨ ਅੰਧੇਰ। ਇੰਨੀ ਭਾਰੀ ਹਨੇਰੀ ਚੱਲਣਾ ਕੀਤੀ, ਸਾਰੀ ਦੁਨੀਆ ਦੇ ਉੱਤੇ ਹਨੇਰਾ ਕਰ ਦਿੱਤਾ ਉਸਨੇ। ਰਾਸ ਕਰੇ ਵਾਹਨ ਤੇ ਬਿਦ ਕੇ। ਜਿਹੜੇ ਵਾਹਨ ਨਾਮ ਕਹੀਏ ਬਲਦ ਹੁੰਦੇ ਨੇ ਰਥਾਂ ਨੂੰ ਲੈ ਕੇ ਤੁਰਨ ਵਾਲੇ, ਇਹ ਤਰਾਸ ਦਾ ਨਾਮ ਡਰ ਜਾਣਾ ਕੀਤੇ।
ਬਿਦਕੇ ਦਾ ਅਰਥ ਹੈ ਥਿੜਕ ਗਏ ਨੇ ਆਪਣੇ ਰਸਤਿਆਂ ਦੇ ਵਿੱਚੋਂ, ਡੰਡੀਆਂ ਵਿੱਚੋਂ। ਏਕ ਉਤ ਫਿਰੇ ਭ੍ਰਮਤ ਤਜ ਰਾਹ। ਜਿਹੜਾ ਸਹੀ ਰਸਤਾ ਸੀ ਲਾਹੌਰ ਜਾਣ ਵਾਲਾ, ਉਹ ਵੀ ਬੈਲਾਂ ਨੇ ਛੱਡ ਦਿੱਤਾ। ਕਦੇ ਸੱਜੇ ਪਾਸੇ ਰਥਾਂ ਨੂੰ ਲੈ ਕੇ ਹੋ ਜਾਂਦੇ, ਕਦੇ ਖੱਬੇ ਪਾਸੇ ਨੂੰ ਤੁਰ ਜਾਂਦੇ ਨੇ। ਜੋਰ ਯਤਨ ਕਰੇ ਹਾਥ ਡੋਰ ਧਰ। ਆਪਣੇ ਹੱਥ ਵਿੱਚ ਇਹਨਾਂ ਬੈਲਾਂ ਦੀਆਂ ਰੱਸੀਆਂ ਨੂੰ ਪਕੜ ਕਰਕੇ ਜਿਹੜਾ ਰਥਵਾਹੀ ਬੜਾ ਜ਼ੋਰ ਲਾ ਕੇ ਖਿੱਚਦਾ ਹੈ। ਬਹੁਤ ਸਾਰਥੀ ਰੋਕੈ ਤਾਹ। ਬੜੇ ਬਲ ਦੇ ਨਾਲ ਖਿੱਚ ਖਿੱਚ ਕੇ ਰੱਸਿਆਂ ਨੂੰ ਰੋਕਣਾ ਕਰਦਾ, ਪਰੰਤੂ ਬੈਲ ਕਿੱਥੇ ਰੁਕਦੇ ਹਨ। ਬਿਖਮ ਥਾਨ ਤਬ ਉਲਟਿਓ ਰਥ। ਐਸਾ ਜਿਹੜਾ ਰਥ ਸੀ ਕਾਨੇ ਭਗਤ ਦਾ, ਬੜੇ ਭਿਆਨਕ ਜਗ੍ਹਾ ਤੇ ਜਾ ਕਰਕੇ ਉਲਟ ਗਿਆ, ਮੂਧਾ ਹੋ ਕਰਕੇ ਡਿੱਗ ਪਿਆ। ਗਿਰ ਕਾਨਾ ਪਰਿਓ ਭੂਮ ਕੇ ਮਾਹ। ਐਸਾ ਜਿਹੜਾ ਕਾਨਾ ਭਗਤ ਸੀ ਧਰਤੀ ਤੇ ਡਿੱਗ ਪਿਆ, ਤੇ ਇਸ ਪ੍ਰਕਾਰ ਉਹ ਬੜੇ ਹੀ ਭੂਮ ਕਹੀਏ ਧਰਤੀ ਦੇ ਉੱਪਰ ਭਿਆਨਕ ਰੂਪ ਦੇ ਵਿੱਚ ਡਿੱਗਿਆ ਪਿਆ। ਨਹਿ ਸੁਧ ਲਈ ਗਏ ਕਿਸਹੂ ਤੇ। ਕਿਸੇ ਦੇ ਕੋਲੋਂ ਖਬਰ ਨਹੀਂ ਲੈਣਾ ਕੀਤੀ, ਨਾ ਉਹਦੇ ਸੰਗੀ ਸਾਥੀਆਂ ਨੂੰ ਪਤਾ, ਨਾ ਰਥ ਚਲਾਉਣ ਵਾਲੇ ਰਥਵਾਹੀ ਨੂੰ ਪਤਾ ਹੈ। ਕਰੇ ਉਚਾਵਣ ਜੇਤ ਸਪਾਹ। ਇਹ ਇਸ ਪ੍ਰਕਾਰ ਦੇ ਨਾਲ ਜਿੰਨੇ ਵੀ ਪਾਹੋ ਉਹਦੇ ਪਾਸ ਸਨ, ਜੇ ਪਤਾ ਲੱਗ ਜਾਂਦਾ ਤੇ ਚੁੱਕ ਲੈਂਦੇ ਕਾਨੇ ਨੂੰ। ਵਾਹਨ ਦੌੜਤ ਰਥ ਕੋ ਐਚਤ। ਐਸੇ ਜਿਹੜੇ ਵਾਹਨ ਉਹ ਬਲਦ ਹਨ, ਲੈ ਕਰਕੇ ਰਥਾਂ ਨੂੰ ਦੌੜਦੇ ਨੇ, ਤੇ ਰਥਵਾਹੀ ਜਿਹੜਾ ਉਹਨਾਂ ਨੂੰ ਖਿੱਚਣਾ ਕਰਦਾ, ਰੱਸੇ ਖਿੱਚ ਕੇ ਰੋਕਦਾ ਹੈ। ਕਾਨੇ ਕੇ ਸਿਰ ਪਰ ਸੋ ਜਾਏ। ਰੱਸਿਆਂ ਨੂੰ ਖਿੱਚਦਿਆਂ ਬੈਲਾਂ ਨੇ ਕੀ ਕੀਤਾ, ਇਹ ਜਿਹੜਾ ਕਾਨਾ ਡਿੱਗਿਆ ਪਿਆ ਸੀ, ਇਹਦੇ ਸਿਰ ਦੇ ਉੱਪਰ ਦੀ ਰਥਾਂ ਦੇ ਪਹੀਏ ਲੰਘਾ ਦੇਣਾ ਕੀਤੇ। ਫੂਟਿਓ ਨਿਗਸੀ ਮਿਜ ਸੀਸ ਤੇ। ਉਸ ਵੇਲੇ ਇਹਦਾ ਸਿਰ ਜਿਹੜਾ ਸੀ ਹਾਂਡੀ ਦੇ ਵਾਂਗ ਫੁੱਟ ਜਾਣਾ ਕੀਤਾ, ਸਿਰ ਦੇ ਵਿੱਚੋਂ ਬੜੀ ਭਿਆਨਕ ਮਿੱਝ ਨਿਕਲਣਾ ਕੀਤੀ। ਤਦ ਛਿਨ ਗਏ ਪ੍ਰਾਨ ਬਿਨ ਸਾਏ। ਜਿਹੜੇ ਇਹਦੇ ਪ੍ਰਾਣ ਸਵਾਸ ਦਸਮ ਦਵਾਰ ਦੇ ਵਿੱਚ ਚੜਾਏ ਹੋਏ ਸੀ, ਬੜੀ ਛੇਤੀ, ਤਤਛਿਨ ਦਾ ਅਰਥ ਹੁੰਦਾ ਬੜੀ ਜਲਦੀ ਨਾਲ ਉਹ ਨਿਕਲ ਗਏ, ਮਰ ਗਿਆ। ਆਪ ਨਹੀਂ ਤਨ ਕੀ ਸੁਧ ਮਾਹੂ। ਤੇ ਇਸ ਪ੍ਰਕਾਰ ਇਹਨੂੰ ਆਪਣੇ ਆਪ ਨੂੰ ਸਰੀਰ ਦੀ ਕੋਈ ਖਬਰ ਨਹੀਂ ਸੀ, ਕਿਉਂਕਿ ਸਵਾਸ ਤਾਂ ਇਹਨੇ ਦਸਮ ਦਵਾਰ ਦੇ ਵਿੱਚ ਚੜਾਏ ਹੋਏ ਸੀ। ਇਸ ਲਈ ਦਸਮ ਦਵਾਰ ਦੇ ਉੱਪਰ ਸਿਰ ਦੇ ਉੱਤੋਂ ਦੀ ਰਥਾ ਦਾ ਜਿਹੜਾ ਪਹੀਆ ਲੰਘ ਗਿਆ, ਇਹਦਾ ਦਸਮ ਦਵਾਰ ਹੀ ਟੁੱਟ ਗਿਆ। ਜਿਸ ਦੇ ਉਠ ਇਤ ਉਤਹਿ ਬਚਾਏ। ਜੇ ਸਰੀਰ ਦੀ ਕਿਤੇ ਸੁਧ ਖਬਰ ਹੁੰਦੀ ਕਾਨੇ ਇਸ ਭਗਤ ਨੂੰ, ਫੇਰ ਤਾਂ ਉੱਠ ਕਰਕੇ ਸੱਜੇ ਖੱਬੇ ਹੋ ਜਾਂਦਾ, ਇਹਨਾਂ ਰਥਾਂ ਤੋਂ ਬੈਲਾਂ ਤੋਂ ਬਚ ਜਾਣਾ ਸੀ ਇਸ ਨੇ। ਸੁਨੋ ਸਿਅੰਤਨ ਹੇਤ ਹੇਰ ਸਾਰਥੀ। ਜਦੋਂ ਸਾਰਥੀ ਜਿਹੜਾ ਹੈ ਰਥਾਂ ਨੂੰ ਚਲਾਉਣ ਵਾਲਾ, ਉਹਨੇ ਨਜ਼ਰ ਮਾਰ ਕੇ ਵੇਖਿਆ ਕਿ ਰਥ ਦੇ ਵਿੱਚ ਤਾਂ ਕਾਨਾ ਹੈ ਹੀ ਨਹੀਂ ਹੈ, ਰਥ ਤਾਂ ਖਾਲੀ ਪਿਆ। ਟਿਕ ਸੋ ਰਹਿਓ ਨਹੀਂ ਸੁਧ ਪਾਏ। ਤੇ ਉਸ ਵੇਲੇ ਫਿਰ ਸਾਧ ਸੰਗਤ ਜੀ ਉਹਨੇ ਵੇਖਣਾ ਕੀਤਾ, ਟਿਕ ਸੋ ਰਹਿਓ ਨਹੀਂ ਸੁਧ ਪਾਏ। ਕਹਿੰਦਾ ਇਹ ਜਿਹੜਾ ਟਿਕ ਕਰਕੇ ਨਹੀਂ ਬੈਠਣਾ ਕੀਤਾ, ਇਹਨੇ ਸਰੀਰ ਦੀ ਜਿਹੜੀ ਖਬਰ ਨਹੀਂ ਜਾਣੀ ਹੈ। ਵਾਯੂ ਵਿਸਾਲ ਬਹੁਰਤ ਤਕਲ। ਜਿਹੜੀ ਵਾਯੂ ਹਵਾ ਚੱਲਦੀ ਸੀ ਬੜੀ ਤੇਜ਼ੀ ਨਾਲ, ਹਨੇਰੀਆਂ ਚੱਲਦੀਆਂ, ਝੱਖੜ ਤੂਫਾਨ ਵਗਦੇ ਨੇ। ਫਟੇ ਧੂਲ ਜੋਤ ਬਿਮਲ ਆਕਾਸ਼। ਇੰਨਾ ਸਮਾਂ ਤੇ ਰਥਵਾਹੀ ਆਪਣੇ ਬੈਲਾਂ ਨੂੰ ਰੋਕ ਕਰਕੇ ਉਸੇ ਤਰ੍ਹਾਂ ਖੜਾ ਰਿਹਾ। ਜਦੋਂ ਹਵਾ ਟਿਕ ਜਾਣਾ ਕੀਤੀ, ਸਾਰਾ ਆਕਾਸ਼ ਜਿਹੜਾ ਉਜਲਾ ਹੋ ਗਿਆ, ਮਿੱਟੀ ਘੱਟਾ ਧਰਤੀ ਤੇ ਹੇਠਾਂ ਡਿੱਗ ਪਿਆ। ਖੋਲ ਵਿਲੋਚਨ ਲਗੇ ਬਿਲੋਕਣਾ। ਫਿਰ ਉਹਨੇ ਚੰਗੀ ਤਰ੍ਹਾਂ ਆਪਣੇ ਰਾਤ ਨੂੰ ਖੋਲ ਕਰਕੇ ਵੇਖਿਆ ਹੈ ਅੱਖਾਂ ਦੇ ਨਾਲ। ਮਾਰਤੰਡ ਤੇ ਭਇਓ ਪ੍ਰਕਾਸ਼। ਇੰਨੇ ਸਮੇਂ ਨੂੰ ਮਾਰਤੰਡ ਜਿਹੜਾ ਸੂਰਜ ਦੀ ਕੁਝ ਰੋਸ਼ਨੀ ਲਾਲੀ ਸੀ ਸ਼ਾਮ ਦੇ ਵਕਤ, ਉਹ ਵੀ ਪ੍ਰਕਾਸ਼ਨਾ ਕੀਤੀ, ਸੂਰਜ ਦਾ ਚਾਨਣ ਵੀ ਹੋ ਗਿਆ। ਦੇਖਿਓ ਪਰਿਓ ਸੀਸ ਜਿਸ ਫੂਟਿਓ। ਤਾਂ ਨਜ਼ਰ ਮਾਰ ਕੇ ਕੀ ਵੇਖਦਾ ਕਿ ਕਾਨਾ ਭਗਤ ਤਾਂ ਧਰਤੀ ਤੇ ਡਿੱਗਿਆ ਪਿਆ ਹੈ, ਤੇ ਜਿਹਦਾ ਸਿਰ ਟੁੱਟਿਆ ਪਿਆ, ਦਸਮ ਦਵਾਰ ਦਾ ਫੁੱਟ ਗਿਆ। ਸਿਰ ਗੁਰ ਬਜਤੇ ਪ੍ਰਾਨ ਵਿਨਾਸ਼। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨਾਂ ਨਾਲ ਜੀ ਦੇ ਪ੍ਰਾਣਾਂ ਦਾ ਅੰਤ ਹੋ ਗਿਆ। ਹਾਹਾਕਾਰ ਸੋ ਕਰਤ ਉਠਾਇਓ। ਉਸ ਵੇਲੇ ਬੜੀ ਹਾਹਾਕਾਰ ਨਚਣਾ ਕੀਤੀ, ਹਾਹਾਕਾਰ ਰੌਲਾ ਪਾਉਂਦਿਆਂ ਹੋਇਆਂ
ਮਰੇ ਹੋਏ ਇਸ ਕਾਨੇ ਭਗਤ ਦੇ ਸਰੀਰ ਨੂੰ ਚੁੱਕਣਾ ਕੀਤਾ ਹੈ। ਇਹ ਪੁਰਗਮ ਨੇ ਤਨ ਬਿਨ ਸਵਾਸ, ਇਹ ਜਿਹੜਾ ਸੀ ਸਰੀਰ ਬਿਨਾਂ ਸਵਾਸਾਂ ਤੋਂ ਮੁਰਦਾ ਸਰੀਰ, ਇਹ ਲੈ ਕਰਕੇ ਲਾਹੌਰ ਸ਼ਹਿਰ ਦੇ ਵਿੱਚ ਚਲੇ ਗਏ। ਸੰਸਕਾਰਿਓ ਮਿਲ ਨਰਨ ਉਚਾਰਿਓ, ਤੇ ਉਸ ਵੇਲੇ ਮਿਲ ਕਰਕੇ ਇਹਦਾ ਸੰਸਕਾਰ ਕਰ ਦੇਣਾ ਕੀਤਾ। ਸਾਰੇ ਮਨੁੱਖਾਂ ਨੇ ਬੋਲ ਕਰਕੇ ਇਹ ਕਿਹਾ, ਕਹਾਂ ਭਿਓ ਇਸ ਬੈਸ ਮਹਾਨ। ਸਾਰੇ ਲਾਹੌਰ ਦੇ ਲੋਕ ਡਰਦੇ ਸੀ ਕਾਨੇ ਕੋਲੋਂ, ਕਿਉਂਕਿ ਇਹ ਯੋਗ ਸਾਧਨਾ ਦੀ ਕਮਾਈ ਕਰਦਾ ਸੀ। 10ਵੇਂ ਦਵਾਰ ਵਿੱਚ ਸਵਾਸ ਚੜਾ ਕੇ ਜੋਗੀ ਜੁਗਾਂ ਤੱਕ ਬੈਠ ਸਕਦਾ ਹੈ। ਇਹ ਕਹਿੰਦਾ ਸੀ 500 ਸਾਲਾਂ ਤੱਕ ਮੇਰਾ ਸਰੀਰ ਨਹੀਂ ਕਿਤੇ ਜਾਣਾ। ਜਿਹੜੇ ਲੋਕਾਂ ਦੇ ਮਨ ਵਿੱਚ ਸ਼ਰਧਾ ਬਣੀ ਸੀ, ਭੈ ਡਰ ਬਣੇ ਹੋਏ ਸਨ, ਉਹ ਸਾਰੇ ਅੱਜ ਹੈਰਾਨ ਹੋ ਰਹੇ ਨੇ। ਕਹਿੰਦੇ ਗੱਲ ਕੀ ਹੋ ਗਈ, ਇਹ ਜੋਗੀ ਦਾ ਅੰਤ ਕਿਵੇਂ ਹੋ ਗਿਆ, ਇਹਦੀ ਮੌਤ ਕਿਹੜੇ ਕਾਰਨ ਕਰਕੇ ਹੋਈ ਪਤਾ ਨਹੀਂ ਲੱਗਦਾ। ਸਗਲ ਪ੍ਰਸੰਗ ਸੁਨਾਇਓ ਲਾਪੁਰ, ਲਾਹੌਰ ਸ਼ਹਿਰ ਦੇ ਵਿੱਚ ਸਾਰਾ ਜਿਹੜਾ ਪ੍ਰਸੰਗ ਸੀ ਜਾ ਕਰਕੇ ਸੁਣਾਉਣਾ ਕੀਤਾ। ਤੀਨੋਂ ਭਗਤ ਸੁਭਾਗ ਬਖਾਨ, ਇਹ ਜਿਹੜੇ 3 ਭਗਤ ਨਾਲ ਗਏ ਨੇ, ਛੱਜੂ ਗਿਆ ਹੈ, ਪੀਲੂ ਗਿਆ, ਸ਼ਾਹ ਹੁਸੈਨ ਗਿਆ, ਇਹਨੇ ਫਿਰ ਲਾਹੌਰ ਨਿਵਾਸੀਆਂ ਨੂੰ ਸਾਰੀ ਵਿਦਿਆ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੁਣਾ ਦਿੱਤੀ। ਸੁਣ ਸਭ ਸਤਿਗੁਰ ਲਖਿਓ ਪ੍ਰਤਾਪੇ, ਸਾਰੀਆਂ ਲਾਹੌਰ ਦੀਆਂ ਸੰਗਤਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਜਾਣਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਬੜੇ ਤੇਜ ਪ੍ਰਤਾਪ ਵਾਲੇ ਹਨ। ਸਾਹਿਬੇ ਰਾਮਚੰਦ ਕੇ ਬਾਣ, ਤੇ ਸਤਿਗੁਰੂ ਜੀ ਦਾ ਜਿਹੜਾ ਬਚਨ ਕਹਿਣਾ ਇਸ ਤਰ੍ਹਾਂ ਦੇ ਨਾਲ ਸਫਲਾ ਹੁੰਦਾ ਜਿਵੇਂ ਰਾਮਚੰਦਰ ਜੀ ਦੇ ਜਿਹੜੇ ਤੀਰ ਐਸੇ ਕਮਾਨ ਵਿੱਚੋਂ ਤੀਰ ਨਿਕਲਦੇ ਸਨ। ਜਿਹੜੇ ਨਿਸ਼ਾਨੇ ਤੇ ਰਾਮਚੰਦਰ ਜੀ ਤੀਰ ਮਾਰਦੇ ਸੀ, ਕਦੇ ਨਿਸ਼ਾਨਾ ਨਹੀਂ ਉਕਦਾ ਸੀ। ਜਿਹੜੇ ਬਚਨ ਗੁਰੂ ਅਰਜਨ ਦੇਵ ਸਾਹਿਬ ਦੀ ਰਸਨਾ ਤੋਂ ਨਿਕਲਦੇ ਨੇ, ਉਹ ਵੀ ਪੂਰੇ ਹੁੰਦੇ। ਗੁਰੂ ਦੇ ਬਚਨਾਂ ਨੂੰ ਕੋਈ ਮੋੜ ਨਹੀਂ ਸਕਦਾ। ਨਿਸ਼ਫਲ ਹੋਏ ਨਾ ਸੁਖ ਦੁਖਦਾਇਕ, ਇਸ ਪ੍ਰਕਾਰ ਦੇ ਨਾਲ ਕਹਿੰਦੇ ਨਿਸਫਲ ਹੋਏ ਨਾ ਸੁਖ ਦੁਖਦਾਇਕ। ਸਤਿਗੁਰੂ ਜੀ ਦੇ ਚਾਹੇ ਤਾਂ ਬਚਨ ਕਿਸੇ ਨੂੰ ਸੁੱਖ ਦੇਣ ਵਾਲੇ ਹੋਣ, ਚਾਹੇ ਕਿਸੇ ਨੂੰ ਦੁੱਖ ਦੇਣ ਵਾਲਾ ਕੋਈ ਬਚਨ ਹੋਵੇ, ਕਦੇ ਵਿਅਰਥਾ ਨਹੀਂ ਜਾਂਦਾ, ਉਹ ਜ਼ਰੂਰ ਪੂਰੇ ਹੁੰਦੇ ਹਨ। ਅਚਰਜ ਭਇਓ ਬੜੋ ਸਭ ਜਾਣ, ਇਸ ਤਰ੍ਹਾਂ ਦੇ ਨਾਲ ਸਤਿਗੁਰਾਂ ਨੂੰ ਸਭ ਤੋਂ ਵੱਡੇ ਜਾਣ ਕਰਕੇ ਸਾਰੇ ਲਾਹੌਰ ਨਿਵਾਸੀ ਹੈਰਾਨ ਹੋਣ ਲੱਗੇ। ਕੌਣ ਅਰੈ ਸਤਿਗੁਰ ਕੇ ਆਗੈ, ਆਪਸ ਵਿੱਚ ਗੱਲਾਂ ਕਰਦੇ ਨੇ ਕਿਹਦੀ ਤਾਕਤ ਹੈ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਅੜਨਾ ਕਰੇਗਾ। ਅਮਰ ਮਰੈ ਅਚਲ ਜੋ ਚਲ ਜਾਏ, ਜੇ ਸਤਿਗੁਰੂ ਚਾਹਣ ਤੇ ਅਮਰ ਜਿਹੜਾ ਨਹੀਂ ਮਰਨ ਵਾਲਾ, ਉਹਨੂੰ ਮਾਰ ਸਕਦੇ ਨੇ ਬਚਨਾਂ ਦੇ ਨਾਲ। ਜੇ ਸਤਿਗੁਰੂ ਚਾਹਣ ਜਿਹੜੀ ਵਸਤੂ ਪਹਾੜ ਦਰਖਤ ਚੱਲਦੇ ਨੇ ਉਹਨਾਂ ਨੂੰ ਚਲਾ ਵੀ ਸਕਦੇ ਨੇ, ਤੇ ਜਿਹੜੇ ਚੱਲਦੇ ਉਹਨਾਂ ਨੂੰ ਰੋਕ ਸਕਦੇ ਨੇ, ਤੇ ਰੋਕਿਆਂ ਨੂੰ ਚਲਾ ਸਕਦੇ ਨੇ। ਮਰਿਆਂ ਨੂੰ ਜਿੰਦੇ ਕਰ ਸਕਦੇ। ਸਾਮਣ ਮੋਸਣ ਦਾ ਇਤਿਹਾਸ ਪੜ੍ਹਿਓ ਤੇ ਸਤਿਗੁਰੂ ਪਾਤਸ਼ਾਹ ਜਿਹੜੇ ਨਹੀਂ ਮਰਨ ਵਾਲੇ ਉਹਨਾਂ ਨੂੰ ਬਚਨਾਂ ਨਾਲ ਖਤਮ ਵੀ ਕਰ ਸਕਦੇ ਨੇ। ਇਹ ਸੰਗਤਾਂ ਆਪਸ ਦੇ ਵਿੱਚ ਬਚਨ ਕਰਦੀਆਂ। ਬੜ ਅਥਾਹ ਕੋ ਥਾਹ ਦੇਤ ਕਰ, ਤੇ ਜਿਨ੍ਹਾਂ ਨੂੰ ਕੋਈ ਦੁਨੀਆ ਵਿੱਚ ਥਾਂ ਨਹੀਂ ਦਿੰਦਾ, ਤੇ ਉਹਨਾਂ ਨਿਥਾਵੀਆਂ ਨੂੰ ਸਤਿਗੁਰੂ ਬਹੁਤ ਵੱਡੀ ਥਾਂ ਦੇ ਦਿੰਦੇ ਨੇ। ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਸਤਿਗੁਰੂ ਚਰਨਾਂ ਵਿੱਚ ਬਿਠਾ ਲੈਂਦੇ। ਮਹਾਬਲੀ ਤਤ ਛਿਨ ਨਿਬਲਾਏ, ਜਿਹੜੇ ਬਹੁਤੇ ਹੀ ਬਲ ਵਾਲੇ ਕਾਨੇ ਵਰਗੇ ਜੋਗੀ ਲੋਕ, ਭਗਤ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਹੰਕਾਰ ਹੋ ਜਾਵੇ, ਫਿਰ ਇੱਕ ਛਿਨ ਦੇ ਅੰਦਰ ਸਤਿਗੁਰੂ ਥੋੜੇ ਸਮੇਂ ਵਿੱਚ ਹੀ ਉਹਨਾਂ ਨੂੰ ਕਮਜ਼ੋਰ ਕਰਕੇ ਖਤਮ ਕਰ ਦਿੰਦੇ ਹਨ। ਮੇਰ ਵਡਾਈ ਰਾਈ ਠਾਨਤ, ਜਿਹੜਾ ਸਮੇਰ ਪਰਬਤ ਵਰਗਾ ਬਹੁਤ ਵੱਡਾ ਨਿਰਹਲ ਹੋਵੇ, ਹੰਕਾਰ ਦਾ ਪਹਾੜ ਬਣਿਆ ਹੋਵੇ, ਉਹਨੂੰ ਰਾਈ ਦੇ ਸਮਾਨ ਹੰਕਾਰ ਤੋਂ ਰਹਿਤ ਨੀਵਾਂ ਕਰ ਦਿੰਦੇ ਨੇ। ਵੱਡੇ ਵੱਡੇ ਪੱਕੇ ਪਹਾੜਾਂ ਨੂੰ ਸਤਿਗੁਰੂ ਰਾਈ ਦੇ ਦਾਣੇ ਵਾਂਗ ਗਰਕ ਕਰ ਦਿੰਦੇ ਹਨ। ਪਾਤਸ਼ਾਹ ਕੋ ਰੰਗ ਬਣਾਏ, ਜਿਹੜਾ ਕੋਈ ਇਸ ਤਰ੍ਹਾਂ ਦੇ ਨਾਲ ਪਾਤਸ਼ਾਹ ਹੋਵੇ, ਦੁਨੀਆ ਵਿੱਚ ਬਾਦਸ਼ਾਹ ਬਣਿਆ, ਹੰਕਾਰ ਕਰੇ, ਇੱਕ ਖਿਣ ਵਿੱਚ ਉਹਨੂੰ ਰੰਗ ਕੰਗਾਲ ਬਣਾ ਕੇ ਰੱਖ ਦਿੰਦੇ ਬਚਨਾਂ ਨਾਲ। ਮਹਾ ਸੂਰਮਾ ਕਾਇਰ ਹੋਵੇ, ਜਿਹੜਾ ਕੋਈ ਮਹਾਨ ਵੱਡਾ ਸੂਰਮਾ ਹੋਵੇ, ਆਪਣੇ ਆਪ ਨੂੰ ਕਹਾਉਂਦਾ, ਗੁਰੂ ਦੇ ਬਚਨ ਹੋ ਜਾਣ ਤੇ ਕਾਇਰ ਡਰਪੋਕ ਬਣ ਜਾਂਦਾ। ਰਿਸ ਤਨਕ ਜੇ ਦ੍ਰਿਸ਼ਟ ਚਲਾਏ, ਸਤਿਗੁਰੂ ਪਾਤਸ਼ਾਹ ਜੀ ਕਿਤੇ ਵੀਰ ਰਸ ਦੇ ਵਿੱਚ ਆ ਕਰਕੇ ਤਿਣਕਾ ਮਾਤਰ, ਥੋੜੇ ਮਾਤਰ ਆਪਣੀ ਨਜ਼ਰ ਜੇ ਕਿਤੇ ਪਾ ਦੇਣ, ਨਦਰ ਉਪੱਠੀ ਜੇ ਕਰੇ, ਸੁਲਤਾਨਾ ਘਾਹੋ ਕਰਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ।
ਐਸੀ ਗੁਰੂ ਦੀ ਉਲਟੀ ਨਜ਼ਰ ਹੋ ਜਾਵੇ ਤੇ ਆ ਕੁਝ ਹੋ ਜਾਂਦਾ। ਇਮ ਬਿਰਤਾਂਤ ਪਾ ਚਾਰੁਣ ਭਗਤਨ, ਇਸ ਤਰ੍ਹਾਂ ਦੇ ਨਾਲ ਹੀ ਚਾਰੇ ਭਗਤਾਂ ਦੇ ਨਾਲ ਬਿਰਤਾਂਤ ਜਿਹੜਾ ਪ੍ਰਸੰਗ ਹੋਣਾ ਕੀਤਾ ਇਸ ਧਰਤੀ ਤੇ। ਇਤੇ ਸ੍ਰੀ ਗੁਰੂ ਗ੍ਰੰਥ ਲਖਾਏ, ਇਧਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਲਿਖਾ ਰਹੇ ਹਨ। ਪ੍ਰਭਾਤੀ ਲਗ ਜੋ ਸ਼ਬਦ ਸੁਭ ਗਾਵਨ, ਜਿਹੜਾ ਪ੍ਰਭਾਤੀ ਰਾਗ ਹੈ, ਇਸ ਰਾਗ ਦੇ ਤੱਕ ਜਦੋਂ ਸਤਿਗੁਰਾਂ ਗੁਰਬਾਣੀ ਦੇ ਸ਼ਬਦ ਲਿਖਾ ਦਿੱਤੇ ਭਾਈ ਗੁਰਦਾਸ ਜੀ ਤੋਂ, ਗਾਵਨ ਰੀਤੀ ਦਏ ਬਣਾਏ। ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸੁਭ ਜਿਹੜੇ ਚੰਗੇ ਸ਼ਬਦ ਲਿਖਾਏ ਨੇ, ਜਿਨ੍ਹਾਂ ਨੂੰ ਗੁਰੂ ਦੇ ਪਿਆਰੇ ਗੁਰਸਿੱਖ ਬੜੀ ਮਰਜ਼ਾਦਾ ਪੁਰਸ਼ੋਤਮ ਹੋ ਕੇ ਗਾਇਆ ਕਰਨਗੇ। ਬਹੁਰ ਸ਼ਲੋਕ ਜੋ ਸਹੰਸਕ੍ਰਿਤ ਕੇ, ਉਸ ਤੋਂ ਬਾਅਦ ਜਿਹੜੀ ਸਹਿਸਕ੍ਰਿਤੀ ਪਾਵਨ ਬਾਣੀ ਹੈ, ਉਸ ਦੇ ਜਿੰਨੇ ਸ਼ਲੋਕ ਹਨ, ਸੋ ਗੁਰਦਾਸ ਲਿਖੇ ਹਰ ਖਾਏ। ਉਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਣਾ ਕੀਤੇ ਗੁਰੂ ਦੇ ਬਚਨਾਂ ਨਾਲ ਪ੍ਰਸੰਨ ਹੋ ਕਰਕੇ। ਜਿਮ ਇਹ ਬਣੇ ਪ੍ਰਸੰਗ ਸੂਚਰੋਂ, ਚੂੜਾਮਣ ਕਵੀ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਵੇਂ ਇਹ ਸਹਿਸਕ੍ਰਿਤੀ ਬਾਣੀ ਦੇ ਸ਼ਲੋਕ ਬਣੇ ਨੇ, ਕਿਵੇਂ ਆਏ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ, ਉਹ ਸਾਰਾ ਪ੍ਰਸੰਗ ਤੁਹਾਨੂੰ ਉਚਾਰਨ ਕਰਕੇ ਸੁਣਾਉਂਦਾ ਹਾਂ। ਸਰੋਤਨ ਕੇ ਸੰਦੇਹ ਮਿਟਾਏ, ਸਰੋਤਨ ਸੁਣਨ ਵਾਲਿਆਂ ਦੇ ਮਨ ਦੇ ਸ਼ੰਕੇ ਮਿਟ ਜਾਣ ਵੀ ਕਿਵੇਂ ਸਹਿਸਕ੍ਰਿਤੀ ਬਾਣੀ ਸਤਿਗੁਰਾਂ ਲਿਖੀ ਹੈ। ਕਾਸ਼ੀ ਤੇ ਇੱਕ ਦਿਨ ਦੁਆ ਪੰਡਿਤ, ਦੋ ਜਿਹੜੇ ਪੰਡਤ ਸੀ ਮਹਾਨ ਵਿਦਵਾਨ ਸਨ, ਦੋਵੇਂ ਸਕੇ ਭਰਾ ਸਨ, ਕਾਸ਼ੀ ਦੇ ਵਿੱਚੋਂ ਚੱਲ ਕਰਕੇ ਚਲ ਆਏ ਸ੍ਰੀ ਅਰਜਨ ਪਾਸ। ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਇਸ ਧਰਤੀ ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਪਹੁੰਚ ਗਏ। ਕ੍ਰਿਸ਼ਨ ਲਾਲ ਹਰ ਲਾਲ ਨਾਮ ਤਿਨ, ਇਹਨਾਂ ਦੋਨਾਂ ਪੰਡਤਾਂ ਦਾ ਭਰਾਵਾਂ ਦਾ ਨਾਮ ਕੀ ਹੈ? ਇੱਕ ਦਾ ਨਾਮ ਕ੍ਰਿਸ਼ਨ ਲਾਲ ਹੈ, ਦੂਜੇ ਦਾ ਨਾਮ ਹਰੀ ਲਾਲ ਹੈ। ਭਗਤ ਗੁਰੂ ਕੇ ਗੁਣ ਨਿਵਾਸ, ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੀ ਪ੍ਰੇਮਾ ਭਗਤੀ ਕਰਨ ਵਾਲੇ ਤੇ ਗੁਣਾਂ ਦੇ ਵਿੱਚ ਬਸਣ ਵਾਲੇ ਹਨ, ਦੇਵੀ ਗੁਣਾਂ ਵਾਲੇ। ਸਤਿਗੁਰ ਕੋ ਬਹੁ ਭਾਉ ਧਰਤੇ ਉਰ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਨਾਲੇ ਦੋਵੇਂ ਪੰਡਤ ਬੜਾ ਹੀ ਪ੍ਰੇਮ ਰੱਖਦੇ ਹਨ। ਦਰਸ਼ਨ ਕਰਬੇ ਕੀ ਜਿਨ ਪਿਆਸ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਰੂਪ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਬੜੀ ਪਿਆਸਾ ਲੱਗੀ। ਜਿਤ ਚਾਹਤ ਪਰਲੋਕ ਸਖਨ ਕੋ, ਤੇ ਬਾਕੀ ਆਪਣਾ ਜਿਹੜਾ ਸਾਧ ਸੰਗਤ ਦੀ ਪਰਲੋਕ ਹੈ, ਉਹਨੂੰ ਸੁਖੀ ਕਰਨਾ ਚਾਹੁੰਦੇ ਨੇ। ਜਗ ਕੇ ਤਿਆਗੇ ਵਿਖੇ ਬਿਲਾਸ, ਜਿੰਨੇ ਵੀ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਬਿਲਾਸ ਆਨੰਦ ਨੇ, ਦੋਹਾਂ ਨੇ ਤਿਆਗ ਦਿੱਤੇ, ਛੱਡ ਦਿੱਤੇ। ਆਣ ਮਿਲੇ ਪਗ ਬੰਧਨ ਕਰਕੇ, ਇਹ ਦੋਵੇਂ ਭਰਾ ਕ੍ਰਿਸ਼ਨ ਲਾਲ ਤੇ ਹਰੀ ਲਾਲ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਮਿਲੇ ਨੇ। ਦੋਹਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਬੈਠ ਨਿਕਟ ਦਰਸ਼ਨ ਦਰਸੰਤ, ਸਤਿਗੁਰਾਂ ਦੇ ਕੋਲ ਬੈਠ ਕਰਕੇ ਇਸ ਸਥਾਨ ਤੇ ਦਰਸ਼ਨ ਕਰਨਾ ਕੀਤੇ। ਸ੍ਰੀ ਅਰਜਨ ਜੀ ਬਹੁ ਸਨਮਾਨੇ, ਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜਾ ਭਾਰੀ ਦੋਹਾਂ ਵਿਦਵਾਨਾਂ ਦਾ, ਹਰੀ ਲਾਲ ਕ੍ਰਿਸ਼ਨ ਲਾਲ ਦਾ ਸਤਿਕਾਰ ਕੀਤਾ। ਭੋਜਨ ਕੀਨ ਸਤਨੋ ਤੁਰੰਤ, ਤੇ ਸਤਿਗੁਰੂ ਜੀ ਨੇ ਉਸ ਵੇਲੇ ਦੋਨਾਂ ਦੇ ਪਾਸੋਂ ਪੁੱਛਣਾ ਕੀਤਾ ਕਿ ਤੁਹਾਡੇ ਭਾਈ ਜਿਹੜੇ ਸਦਨ ਘਰ ਉਹ ਕਿੱਥੇ ਹਨ? ਬਿਜਬਰ ਕਹਾਂ ਸਦਨ ਹੈ ਤੁਮਰੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪੁੱਛਦੇ ਨੇ, ਐ ਦਿਜਬਰ ਬ੍ਰਾਹਮਣ ਪੰਡਤ ਸਾਹਿਬ ਜੀ, ਤੁਹਾਡੇ ਘਰ ਕਿੱਥੇ ਨੇ? ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਕਿਹ ਸਥਾਨ ਗਮਨੇ ਹਿਤਵੰਤ, ਤੇ ਆਪਣੇ ਘਰ-ਬਾਰ ਛੱਡ ਕੇ ਤੁਸੀਂ ਕਿਹੜੀ ਜਗ੍ਹਾ ਨੂੰ ਗਮਨੇ ਜਾ ਰਹੇ ਹੋ? ਪਿਆਰ ਦੇ ਨਾਲ ਦੱਸਣਾ ਕਰੋ। ਕੌਣ ਕਾਜ ਅਰ ਨਾਮ ਕੌਣ ਹੈ? ਤੇ ਤੁਹਾਡਾ ਕੰਮ ਕੀ ਹੈ? ਤੇ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ, ਤੁਹਾਡਾ ਨਾਮ ਕੀ ਹੈ ਦੋਹਾਂ ਦਾ? ਬੇਸ ਬੇਸ ਦੀਖਤ ਮਤਵੰਤ, ਤੁਹਾਡਾ ਜਿਹੜਾ ਵੇਸ਼ ਲਿਬਾਸ ਹੈ ਬੜਾ ਹੀ ਸੋਹਣਾ ਦਿਸਣਾ ਕਰਦਾ, ਮਤਵੰਤ ਸਿਆਣੇ ਵਿਦਵਾਨਾਂ ਵਾਲਾ। ਹਾਥ ਜੋੜ ਕਰ ਦਊ ਸਹੋਦਰ, ਉਸ ਵੇਲੇ ਸਹੋਦਰ ਜਿਹੜੇ ਦੋਵੇਂ ਸਕੇ ਭਰਾ ਸੀ, ਕ੍ਰਿਸ਼ਨ ਲਾਲ ਤੇ ਹਰੀ ਲਾਲ, ਇਹ ਸਤਿਗੁਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ। ਬੋਲੇ ਬਾਗ ਸੋ ਬਿਨਤੀ ਸੰਗ, ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੇਨਤੀ ਵਿੱਚ ਪਾ ਕਰਕੇ ਨਿਮਰਤਾ ਨਾਲ ਬਚਨ ਬੋਲਣਾ ਕੀਤੇ। ਆਪ ਹੋ ਤੁਮੇ ਅੰਤਰ ਜਾਮੀ, ਤੇ ਆਪ ਕਹੋ ਤੁਮ ਅੰਤਰਜਾਮੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਤੁਸੀਂ ਆਪ ਅੰਤਰਜਾਮੀ ਹੋ, ਦਿਲਾਂ ਦਿਲਾਂ ਦੀਆਂ ਜਾਣਨ ਵਾਲੇ ਹੋ।
ਬਿਨਾ ਭਣੇ ਸਭ ਲਖੋ ਪ੍ਰਸੰਗ। ਤੇ ਬਿਨਾਂ ਕਹਿਣ ਤੋਂ ਸਾਰਾ ਜਿਹੜਾ ਪ੍ਰਸੰਗ ਤੁਸੀਂ ਇਸ ਤਰ੍ਹਾਂ ਜਾਣਦੇ ਹੋ। ਤਦਬ ਕਹਿ ਤੁਮ ਬੂਝਨ ਕੀਨਸ। ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਕਹਿਣ ਲੱਗੇ, ਮਹਾਰਾਜ ਜੇਕਰ ਤੁਸੀਂ ਫਿਰ ਵੀ ਸਾਡੇ ਕੋਲੋਂ ਪੁੱਛਣਾ ਚਾਹੁੰਦੇ ਹੋ। ਕਾਸ਼ੀ ਬਸੈ ਤੀਰਪੁਰ ਗੰਗ। ਤੇ ਅਸੀਂ ਕਾਸ਼ੀ ਦੇ ਵਿੱਚ, ਬਨਾਰਸ ਦੇ ਵਿੱਚ ਰਹਿਣਾ ਕਰਦੇ ਹਾਂ ਤੇ ਗੰਗਾ ਦੇ ਕਿਨਾਰੇ ਇਹ ਕਾਸ਼ੀ ਦੇ ਵਿੱਚ ਸਾਡੇ ਘਰ ਬਣੇ ਹੋਏ। ਸੁਜਾਸ ਸੁਨਿਓ ਰਾਵਰ ਕੋ ਦੀਰਗ। ਜਿਸ ਵੇਲੇ ਆਪ ਜੀ ਦਾ ਬੜਾ ਭਾਰੀ ਮਹਾਰਾਜ ਅਸੀਂ ਜਸ ਸੁਣਨਾ ਕੀਤਾ, ਵਡਿਆਈ ਸੁਣੀ। ਦਰਸ਼ਨ ਹਿਤ ਆਏ ਦੁਖ ਭੰਗ। ਤੇ ਉਸ ਵੇਲੇ ਅਸੀਂ ਦਰਸ਼ਨਾਂ ਦੇ ਲਈ ਤੁਹਾਡੇ ਕੋਲ ਆ ਜਾਣਾ ਕੀਤੇ ਹਾਂ। ਬੜਾ ਮਨ ਵਿੱਚ ਐਸਾ ਪ੍ਰੇਮ ਬਣਿਆ, ਤੁਸੀਂ ਮਹਾਰਾਜ ਦੁੱਖਾਂ ਨੂੰ ਤੋੜਨ ਵਾਲੇ ਹੋ। ਬੇਨਤੀ ਆ ਸੰਗਤ ਜੀ, ਸਟੇਜ ਦੇ ਮਗਰ ਬੈਠੇ ਗੱਲਾਂ ਮਾਰ ਰਹੇ ਹੋ, ਸਾਈਡ ਤੇ ਹੋ ਜਾਓ। ਗੁਰੂ ਦੇ ਦਰਬਾਰ ਵਿੱਚ ਬੈਠ ਕੇ ਕਥਾ ਸੁਣੋ, ਇਕਾਗਰਤਾ ਨਾਲ ਕੋਈ ਗੱਲ ਕਰਨੀ ਬਾਹਰ ਜਾ ਕੇ ਕਰੋ। ਵਾਰ-ਵਾਰ ਧਿਆਨ ਤੁਹਾਡੇ ਵਿੱਚ ਜਾਂਦਾ ਹੈ। ਹਾਂਜੀ, ਪੜ੍ਹੋ ਜੀ। ਸੁਨਿਓ ਸੁਜਾਸ ਰਾਵਰ ਕੋ ਦੀਰਗ। ਇਸ ਪ੍ਰਕਾਰ ਦੇ ਨਾਲ ਜਿਹੜਾ ਆਪ ਜੀ ਦਾ ਜਸ ਹੈ, ਬੜੇ ਪਿਆਰ ਦੇ ਨਾਲ ਅਸੀਂ ਮਹਾਰਾਜ ਸੁਣਨਾ ਕੀਤਾ। ਦਰਸ਼ਨ ਹਿਤ ਆਏ ਦੁਖ ਭੰਗ। ਤੇ ਤੁਸੀਂ ਦੁੱਖਾਂ ਨੂੰ ਭੰਗ ਕੱਟਣ ਵਾਲੇ ਹੋ, ਨਾਸ ਕਰਨ ਵਾਲੇ, ਤੁਹਾਡੇ ਦਰਸ਼ਨਾਂ ਵਾਸਤੇ ਆਏ ਹਾਂ। ਏਕ ਸਮੈ ਸ੍ਰੀ ਨਾਨਕ ਪਹੁੰਚੇ। ਇੱਕ ਵਾਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਾਸ਼ੀ ਵਿੱਚ ਗਏ ਸਨ। ਕਾਸ਼ੀ ਵਿਖੇ ਬਿਰਾਜੇ ਜਾਏ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਾਸ਼ੀ ਬਨਾਰਸ ਦੇ ਵਿੱਚ ਜਾ ਕਰਕੇ ਰੁਕਣਾ ਕੀਤਾ। ਬਹੁਤ ਦਿਜਬਰ ਤਬ ਚਰਚਾ ਕੀਨੀ। ਉੱਥੇ ਬਹੁਤ ਸਾਰੇ ਦਿਜਬਰ ਬ੍ਰਾਹਮਣਾਂ ਨੇ, ਪੰਡਤਾਂ, ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਗੋਸ਼ਟੀ ਕੀਤੀ, ਚਰਚਾ ਕੀਤੀ। ਸੁਨ ਕੈ ਸਕਲ ਰਹੇ ਹਰ ਖਾਏ। ਸਤਿਗੁਰੂ ਜੀ ਦੀ ਰਸਨਾ ਤੋਂ ਬਚਨ ਸੁਣ ਕਰਕੇ ਸਾਰੇ ਉੱਥੇ ਪ੍ਰਸੰਨ ਹੋ ਗਏ। ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਚਰਚਾ ਕਰਕੇ ਜਿੱਤ ਲਿਆ ਸੀ। ਉਤੋ ਵਿਦਾਮਾ ਹਮਰੋ ਤਿਸ ਸ਼ੇਨਾ। ਇਹ ਦੋਵੇਂ ਹਰੀ ਲਾਲ ਤੇ ਕ੍ਰਿਸ਼ਨ ਲਾਲ ਪੰਡਤ ਕਹਿੰਦੇ, ਮਹਾਰਾਜ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸਾਡਾ ਦਾਦਾ ਵੀ ਬੈਠਾ ਸੀ, ਉਹਦਾ ਨਾਮ ਸੀ ਗੋਪਾਲ ਦੱਤ। ਭਾਉ ਭਗਤ ਬਹੁ ਕੀਨ ਬਣਾਏ। ਉਹਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਜ਼ਿਆਦਾ ਭਾਉ ਪ੍ਰੇਮਾ ਭਗਤੀ ਕੀਤੀ, ਬਣਾ ਸਵਾਰ ਕੇ। ਤਬ ਉਪਦੇਸ਼ ਗੁਰੂ ਜੀ ਦੀਨਸ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਵੇਲੇ ਸਾਡੇ ਦਾਦਾ ਗੋਪਾਲ ਦੱਤ ਜੀ ਨੂੰ ਇਹ ਉਪਦੇਸ਼ ਦੇਣਾ ਕੀਤਾ ਸੀ। ਸਤ ਨਾਮ ਲਿਵ ਦਈ ਲਗਾਏ। ਸਾਡੇ ਦਾਦਾ ਗੋਪਾਲ ਦੱਤ ਦੀ ਜਿਹੜੀ ਲਿਵ ਸੁਰਤ ਸੀ, ਸੱਚੇ ਨਾਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੋੜ ਦਿੱਤੀ ਸੀ। ਆਪਣੇ ਕਰੇ ਸ਼ਲੋਕ ਚਾਰ ਤਬ। ਉਹ ਜਿਹੜੇ ਸਾਧ ਸੰਗਤ ਜੀ 4 ਸ਼ਲੋਕ ਸੀ ਗੁਰੂ ਨਾਨਕ ਸਾਹਿਬ ਜੀ ਨੇ ਗੋਪਾਲ ਦੱਤ ਦੇ ਪਰਥਾਏ ਕਾਸ਼ੀ ਬਨਾਰਸ ਦੇ ਵਿੱਚ ਬਣਾਉਣਾ ਕੀਤੇ, ਉਚਾਰਨ ਕੀਤੇ। ਕਰ ਕਾਗਦ ਪਰ ਦੀਏ ਲਖਾਏ। ਤੇ ਸਾਡੇ ਦਾਦਾ ਜੀ ਨੇ ਉਹ ਗੁਰੂ ਨਾਨਕ ਜੀ ਦੇ 4 ਸ਼ਲੋਕ ਸਹਿਸ ਪ੍ਰੀਤੀ ਦੀ ਆਰੰਭਤਾ ਦੇ ਇਹ ਕਾਗਜ਼ ਦੇ ਉੱਪਰ ਬਣਾ ਸਵਾਰ ਕੇ ਲਿਖ ਲਏ ਸਨ। ਲਿਖੇ ਪਤਾਮੇ ਕੇ ਸੋ ਘਰਮ ਹੈ। ਜਦੋਂ ਦਾਦਾ ਜੀ ਨੇ ਇਹ ਸ਼ਲੋਕ ਲਿਖ ਕੇ ਆਪਣੇ ਘਰ ਦੇ ਵਿੱਚ ਰੱਖ ਲਏ, ਫੇਰ ਹਮੋ ਸੋ ਕੰਠ ਕਰਾਏ। ਤੇ ਫਿਰ ਸਮਾਂ ਵੇਖ ਕਰਕੇ ਅਸੀਂ ਉਹ ਜਿਹੜੇ ਸ਼ਲੋਕ ਸੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਦੇ, ਮਹਾਰਾਜ ਅਸੀਂ ਕੰਠ ਕਰ ਲਏ, ਯਾਦ ਕਰ ਲਏ। ਜਿਨ ਮੈਂ ਦੰਭ ਨਿਕੰਦਨ ਕੀ ਨਸ। ਜਿਨ੍ਹਾਂ 4 ਸ਼ਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦੰਭ ਨੂੰ ਨਿਕੰਦਨ ਕੱਟਣਾ ਕੀਤਾ, ਪਖੰਡ ਨੂੰ ਤੋੜਿਆ ਹੈ। ਗੁਰ ਕੋ ਸਾਚ ਸੋ ਲੇਖੇ ਪਾਏ। ਤੇ ਔਰ ਹਿਰਦੇ ਦੇ ਅੰਦਰ ਜਿਹੜਾ ਸੱਚਾ ਪਰਮਾਤਮਾ ਦਾ ਨਾਮ ਵਸ ਜਾਂਦਾ ਸ਼ਲੋਕਾਂ ਨੂੰ ਪੜ੍ਹ ਕਰਕੇ, ਤੇ ਮਨੁੱਖ ਦਾ ਜੀਵਨ ਲੇਖੇ ਵਿੱਚ ਪੈ ਜਾਂਦਾ ਹੈ। ਪੜ ਪੁਸਤਕ ਅਰ ਸੰਧਿਆ ਬਾਦੰ। ਇਹ ਕਿਹੜਾ ਸ਼ਲੋਕ ਸੀ ਗੁਰੂ ਨਾਨਕ ਸਾਹਿਬ ਜੀ ਨੇ ਸਹਿਸ ਪ੍ਰੀਤੀ ਦੀ ਆਰੰਭਤਾ ਦੇ ਜਿਹੜੇ ਬਚਨ ਉਚਾਰਨ ਕੀਤੇ, ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਨ। ਇਹ ਜਿਹੜੇ 4 ਸ਼ਲੋਕ ਹਨ ਉਹ ਸਤਿਗੁਰਾਂ ਨੂੰ ਸੁਣਾ ਰਹੇ ਨੇ। ਇਤਿਆਦਿਕ ਪਟ ਦਏ ਸੁਨਾਏ। ਇਸ ਤੋਂ ਆਦਿਕ ਇਹ 4 ਸ਼ਲੋਕ ਹੀ ਕੰਠ ਕੀਤੇ ਹੋਏ ਸੀ, ਸਤਿਗੁਰਾਂ ਨੂੰ ਬੋਲ ਕੇ ਦੋਹਾਂ ਭਰਾਵਾਂ ਨੇ ਸੁਣਾਏ। ਤੁਮਨੇ ਕਰੇ ਸੋ ਹਮੈ ਲਿਖਾਵੋ। ਤੇ ਮਹਾਰਾਜ ਸਾਹਿਬ ਜੀ ਤੁਸਾਂ ਨੇ ਇਹ ਪਹਿਲੇ ਸਰੂਪ ਦੇ ਅੰਦਰ ਜਿਹੜੇ ਉਚਾਰਨ ਕੀਤੇ ਸਨ, ਤੇ ਅਸੀਂ ਮਹਾਰਾਜ ਇਹ ਤੁਹਾਡੇ ਕੋਲੋਂ ਗੁਰੂ ਨਾਨਕ ਜੀ ਕੋਲੋਂ ਲਿਖਾਉਣਾ ਕੀਤੇ। ਨਾਹੇ ਦਾ ਦੀਜੈ ਅਵੈ ਬਣਾਏ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਤੁਮਰੇ ਕਰੇ ਸੋ ਹਮੈ ਲਿਖਾਵੋ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਕਹਿ ਰਹੇ ਨੇ ਪੰਡਤਾਂ ਦੇ ਪਰਥਾਏ ਕਿ ਜਿਹੜੇ ਤੁਸਾਂ ਨੇ ਇਹ 4 ਸ਼ਲੋਕ ਪੜ੍ਹ ਕੇ ਸੁਣਾਏ ਨੇ, ਤੇ ਸਤਿਗੁਰੂ ਕਹਿੰਦੇ ਇਹ ਸਾਨੂੰ ਲਿਖਾ ਦਿਓ।
ਤੇ ਨਹੀਂ ਤਾਂ ਫਿਰ ਅਸੀਂ ਆਪਣੇ ਵੱਲੋਂ ਇਹ ਜਿਹੜੇ ਚਾਰੇ ਸ਼ਲੋਕ ਨੇ ਉਚਾਰਨ ਕਰਕੇ ਲਿਖਤੀ ਰੂਪ ਭਾਈ ਗੁਰਦਾਸ ਸਾਹਿਬ ਜੀ ਤੋਂ ਬਣਾ ਕੇ ਦੇ ਦਈਏ। ਜਿਸ ਤੇ ਗੁਰਮਤਿ ਕੋ ਹਮ ਧਰ ਕੈ, ਜਿਸ ਕਰਕੇ ਅਸੀਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਗੁਰਮਤਿ ਸਿੱਖਿਆ ਨੂੰ ਧਾਰਨ ਕਰਦਿਆਂ ਹੋਇਆਂ ਸਤਿਨਾਮ ਭਜ ਪ੍ਰਭ ਗੁਣ ਗਾਏ। ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰਨਾ ਕਰੀਏ, ਪਰਮਾਤਮਾ ਦੇ ਗੁਣਾਂ ਨੂੰ ਗਾਈਏ। ਸਾਰ ਕਰੋ ਉਪਦੇਸ਼ਨ ਸ੍ਰੀ ਗੁਰ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਹੁਣੇ ਦੋਵੇਂ ਬੇਨਤੀ ਕਰਦੇ, ਮਹਾਰਾਜ ਸਾਨੂੰ ਸੱਚਾ ਉਪਦੇਸ਼ ਦਿਓ ਔਰ ਉਜਲ ਜਿਸ ਤੇ ਹੋਏ ਜਾਏ। ਇਸ ਕਰਕੇ ਸਾਡਾ ਔਰ ਹਿਰਦਾ ਜਿਹੜਾ ਉਜਲਾ ਨਿਰਮਲ ਬਣ ਜਾਵੇ। ਨਿਜ ਮੁਖ ਸੰਗ ਸ਼ਲੋਕ ਰਚੋ ਬਰ, ਤੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ੍ਰੇਸ਼ਟ ਜਿਹੜੇ ਸ਼ਲੋਕ ਹਨ ਰਸਨਾ ਤੋਂ ਉਚਾਰਨ ਕੀਤੇ। ਸੰਸਕ੍ਰਿਤੀ ਕੀ ਰੀਤੀ ਪਾਏ, ਸੰਸਕ੍ਰਿਤੀ ਹੁੰਦਾ ਹੈ ਸਾਧ ਸੰਗਤ ਜੀ ਜਿਹੜੇ ਹਜ਼ਾਰ ਮੁਖ ਵਾੜੇ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਬਾਣੀ ਹੈ, ਇਸ ਪ੍ਰਕਾਰ ਦੇ ਨਾਲ ਉਹਨੂੰ ਸਹਿਸਕ੍ਰਿਤੀ ਕਿਹਾ ਜਾਂਦਾ। ਤੇ ਇਸ ਪ੍ਰਕਾਰ ਦੇ ਨਾਲ ਇਹ ਸਹਿਸਕ੍ਰਿਤੀ ਦੀ ਜਿਹੜੀ ਰੀਤ ਹੈ ਉਸ ਨੂੰ ਪਾ ਕੇ ਬਣਾ ਸਵਾਰ ਕੇ ਸ਼ਲੋਕ ਉਚਾਰਨ ਕੀਤੇ ਹਨ। ਸੁਣ ਦਿਜ ਵਰਤੇ ਪ੍ਰੀਤ ਹੀਰ ਕਰ, ਉਹਨਾਂ ਬ੍ਰਾਹਮਣਾਂ ਦੇ ਬੋਲ ਸੁਣ ਕੇ ਉਹਨਾਂ ਦੀ ਪ੍ਰੀਤੀ ਨੂੰ ਤੱਕਦਿਆਂ ਹੋਇਆਂ ਸ੍ਰੀ ਅਰਜਨ ਜੀ ਤਬੈ ਬਨਾਏ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਵੱਲੋਂ ਸਹਿਸਕ੍ਰਿਤੀ ਬਾਣੀ ਦੇ ਸ਼ਲੋਕ ਬਣਾਉਣਾ ਕੀਤੇ। ਸਭ ਸ਼ਲੋਕ ਕੀ ਸਹਸਕ੍ਰਿਤੀ ਮੈਂ, ਜਿੰਨੇ ਵੀ ਸ਼ਲੋਕ ਹਨ ਇਹ ਸਾਰੇ ਸਤਿਗੁਰਾਂ ਨੇ ਸਹਿਸਕ੍ਰਿਤੀ ਬਾਣੀ ਦੇ ਸਰਲੇਖ ਹੇਠ ਬਣਾਏ ਹਨ। ਬਹੁਰੋ ਗਾਥਾ ਰੁਚਰ ਸੁਹਾਏ, ਇਹ ਜਿਹੜੀ ਗਾਥਾ ਬਾਣੀ ਹੈ ਇਹ ਵੀ ਸਤਿਗੁਰੂ ਨੇ ਕ੍ਰਿਸ਼ਨ ਲਾਲ ਤੇ ਹਰੀ ਚੰਦ ਦੋਹਾਂ ਦੇ ਪਰਥਾਏ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ ਬਣਾ ਕਰਕੇ। ਸੁਣਿਆ ਭਰਾਤ ਆਨੰਦਿਤ ਹੋਇ ਕਰ, ਸਤਿਗੁਰਾਂ ਦੇ ਬਚਨ ਸੁਣ ਕਰਕੇ ਦੋਵੇਂ ਭਰਾ ਬੜੇ ਆਨੰਦ ਸੰਜੋਗਤ ਹੋ ਗਏ। ਗੁਰ ਕੇ ਚਰਨ ਰਹੇ ਲਪਟਾਏ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਤੇ ਲਾਂਪਟ ਹੋ ਗਏ ਹਨ। ਪ੍ਰਭੂ ਪ੍ਰੇਮ ਕੋ ਰਸ ਜਿਨੇ ਆਇਓ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਪ੍ਰੇਮਾ ਰਸ ਪ੍ਰਗਟ ਹੋ ਆਇਆ। ਸਤਿਨਾਮ ਸਿਮਰਨ ਮਨ ਭਾਏ, ਜਿਨ੍ਹਾਂ ਨੂੰ ਪਰਮਾਤਮਾ ਦੇ ਸੱਚੇ ਨਾਮ ਸਿਮਰਨ ਕਰਨ ਦਾ ਭਾਈ ਕਹੀਏ ਚਾਅ ਬਣ ਗਿਆ ਮਨ ਵਿੱਚ। ਜਬੈ ਬੰਦਨਾ ਕੀਨਸ ਗੁਰ ਭਗ, ਜਦੋਂ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਮਨ ਮੈਂ ਬਦਿਓ ਆਨੰਦ ਬਿਲੰਦ। ਹਿਰਦੇ ਦੇ ਅੰਦਰ ਆਨੰਦ ਜਿਹੜਾ ਸੀ ਬੁਲੰਦ ਬਹੁਤ ਜ਼ਿਆਦਾ ਦੋਹਾਂ ਦੇ ਵੱਧ ਗਿਆ ਹੈ। ਉਸਤਤ ਕਰਤ ਭਏ ਸ੍ਰੀ ਅਰਜਨ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਡਿਆਈ ਕਰਦੇ ਹੋਏ ਰਾਮਚੰਦ ਤੁਮ ਰੂਪਨ ਮੁਕੰਦ। ਤੁਸੀਂ ਸਤਿਗੁਰੂ ਮੁਕੰਦ ਮੁਕਤੀ ਦਾਤੇ ਰਾਮਚੰਦਰ ਜੀ ਦੇ ਸਰੂਪ ਦੇ ਵਾਂਗ ਦਿਸਦੇ ਹੋ। ਕੰਸ ਵਿਨਾਸ਼ਕ ਕ੍ਰਿਸ਼ਨ ਆਪ ਹੋ, ਜਿਵੇਂ ਕੰਸ ਦਾ ਨਾਸ਼ ਕੀਤਾ ਸੀ ਕ੍ਰਿਸ਼ਨ ਜੀ ਨੇ, ਇਸੇ ਤਰ੍ਹਾਂ ਕੰਸ ਵਰਗੇ ਦੁਸ਼ਟਾਂ ਨੂੰ ਸੋਧਾ ਲਾਉਣ ਵਾਲੇ ਆਪ ਹੋ। ਸ੍ਰੀ ਨਾਨਕ ਕੀ ਜੋਤ ਸੁਛੰਦ, ਤੁਸੀਂ ਸੁਤੰਤਰ ਹੋ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਤੱਖ ਜੋਤ ਹੋ ਆਪ ਜੀ। ਤੁਹੀਂ ਤ੍ਰਿਅੰਬਕ ਕਾਂਸ਼ੀਪੁਰ ਮੈਂ, ਤੁਸੀਂ ਹੀ ਤ੍ਰਿਅੰਬਕ ਨਾਮ ਹੁੰਦਾ ਸ਼ਿਵ ਜੀ ਦਾ, ਸ਼ਿਵ ਜੀ ਰੂਪ ਹੋ ਕਰਕੇ ਕਾਸ਼ੀ ਦੇ ਵਿੱਚ ਤਾਰਕ ਮੰਤਰ ਦੇਵ ਸੁਖਕੰਦ। ਤਾਰਕ ਮੰਤਰ ਜਿਹੜਾ ਹੈ ਮੁਰਦੇ ਦੇ ਕੰਨਾਂ ਵਿੱਚ ਸ਼ਿਵ ਜੀ ਸੁਣਾ ਦਿੰਦਾ ਤੇ ਮੁਰਦਾ ਜਿਉਂਦਾ ਹੋ ਜਾਂਦਾ। ਮਹਾਰਾਜ ਤੁਸੀਂ ਹੀ ਸਾਨੂੰ ਸ਼ਿਵ ਜੀ ਦਾ ਰੂਪ ਦਿਸਦੇ ਹੋ, ਕਿਉਂਕਿ ਹਿੰਦੂ ਮਤ ਦੇ ਪੰਡਿਤ ਵਿਦਵਾਨ ਨੇ ਰਾਮਚੰਦਰ ਜੀ ਵਾਂਗ ਸਤਿਗੁਰਾਂ ਨੂੰ ਸਮਝਦੇ ਨੇ, ਕਦੇ ਕ੍ਰਿਸ਼ਨ ਵਾਂਗ ਵਡਿਆਈ ਕਰਦੇ ਨੇ, ਕਦੇ ਸ਼ਿਵ ਜੀ ਦੇ ਵਾਂਗ ਗੁਰੂ ਦੇ ਸੋਲੇ ਗਾਉਂਦੇ ਹਨ। ਦੁਰੇ ਰਹੋ ਨ ਜਾਣ ਸਕੇ ਸਭ, ਸਤਿਗੁਰੂ ਤੁਸੀਂ ਲੁਕ ਕਰਕੇ ਰਹਿੰਦੇ, ਸਾਰੀ ਦੁਨੀਆ ਤੁਹਾਨੂੰ ਗੁਰੂ ਪਰਮੇਸ਼ਰ ਕਰਕੇ ਨਹੀਂ ਜਾਣ ਸਕਦੀ। ਜਿਸ ਪਰ ਆਪ ਹੋ ਤੇ ਅਨਕੂਲ, ਜਿਸ ਦੇ ਉੱਪਰ ਸਤਿਗੁਰੂ ਆਪ ਕਿਰਪਾਲੂ ਕਰ ਦਿੰਦੇ ਉਹ ਆਪ ਜੀ ਦੇ ਅਨੁਸਾਰ ਹੀ ਹੋ ਜਾਂਦਾ। ਸੋ ਸ਼ਲੋਕ ਲਿਖਵਾਵਨ ਕੀਨੇ, ਇਸ ਪ੍ਰਕਾਰ ਦੇ ਨਾਲ ਸੋ ਰਾਵਤ ਕੋ ਰੂਪ ਪਛਾਨੈ, ਉਹ ਆਪ ਜੀ ਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣਦੇ ਨੇ। ਏਕ ਤੁਹੀਂ ਸਭ ਜਗ ਕੋ ਮੂਲ, ਤੇ ਤੁਸੀਂ ਇੱਕੋ ਇੱਕ ਸਾਰੇ ਜਗਤ ਦਾ ਮੂਲ ਮੁੱਢ ਹੋ ਸਤਿਗੁਰੂ ਜੀ। ਅਜ ਅਬਨਾਸ਼ੀ ਲక్ష్ਮੀ ਦਾਸੀ, ਅੱਜ ਜਿਹੜੇ ਜੰਮਣ ਤੋਂ ਰਹਿਤ ਹੋ, ਅਬਨਾਸੀ ਨਾਸ ਤੋਂ ਰਹਿਤ ਹੋ, ਜਿਹੜੀ ਲక్ష్ਮੀ ਮਾਇਆ ਤੁਹਾਡੇ ਚਰਨਾਂ ਦੀ ਦਾਸੀ ਹੈ। ਕਹੋ ਵਿਨਾਸ਼ੀ ਜੇ ਪ੍ਰਤਕੂਲ, ਤੇ ਤੁਸੀਂ ਸਤਿਗੁਰੂ ਨਾਸ ਕਰਕੇ ਰੱਖ ਦਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਤਿਕੂਲ ਉਲਟਾ ਹੋ ਕੇ ਚੱਲਦਾ। ਵਿਦ ਹੋਏ ਰਚੋ ਵਿਸ਼ਨ ਹੋਏ ਪੋਖੋ, ਜਿਵੇਂ ਵਿਦ ਬ੍ਰਹਮਾ ਹਿੰਦੂ ਮਤ ਅਨੁਸਾਰ ਦੁਨੀਆ ਨੂੰ ਰਚਨਾ ਕਰਦਾ ਤੇ ਵਿਸ਼ਨੂੰ ਉਹਨਾਂ ਦੇ ਮਤ ਅਨੁਸਾਰ ਪਾਲਣਾ ਕਰਦਾ। ਰੁਦਰ ਹੋਏ
ਜਗ ਹਰਹੁ ਅਭੂਲ ਤੇ ਰੁਦਰ ਜਿਹੜਾ ਸਿਵ ਜੀ ਕਹਿੰਦੇ ਦੁਨੀਆ ਦਾ ਸੰਘਾਰ ਕਰਦਾ, ਭੁੱਲਣ ਤੋਂ ਰਹਿਤ ਮਹਾਰਾਜ ਤਿੰਨੇ ਦੇਵਤਿਆਂ ਦਾ ਰੂਪ ਅਸੀਂ ਤੁਹਾਨੂੰ ਦੇਖਦੇ ਹਾਂ। ਸੁਨ ਪ੍ਰਸੰਨ ਉਰ ਸਤਿਗੁਰੂ ਹੋਇਆ ਕਰ ਉਹਨਾਂ ਦੇ ਕੋਲੋਂ ਸਤਿਗੁਰੂ ਜੀ ਨੇ ਜਦੋਂ ਬੋਲ ਸੁਣੇ, ਹਿਰਦੇ ਵਿੱਚ ਪ੍ਰਸੰਨ ਹੋਏ। ਕਹਿਓ ਜਾਚੇ ਨਿਜ ਅਭਿਲਾਖ ਸਤਿਗੁਰੂ ਕਹਿੰਦੇ ਜਿਹੜੀ ਇੱਛਾ ਹੈ ਤੁਸੀਂ ਬੋਲ ਕੇ ਮੰਗੋ ਗੁਰੂ ਨਾਨਕ ਦੇ ਦਰ ਵਿੱਚੋਂ। ਆਸਾ ਧਰੇ ਦੂਰ ਤੇ ਆਏ ਬੜੀ ਆਸਾ ਰੱਖ ਕੇ ਦੂਰੋਂ ਕਾਸ਼ੀ ਬਨਾਰਸ ਦੇ ਵਿੱਚੋਂ ਆਏ ਹੋ। ਪੂਰਨ ਕਰੋ ਨਾ ਗੁਪਤੀ ਰਾਖ ਜਿਹੜੀ ਇੱਛਾ ਹੈ ਪੂਰੀ ਕਰ ਲਓ, ਕੋਈ ਗੁਪਤ ਗੱਲ ਨਾ ਰੱਖਣੀ, ਕਰਿਓ ਗੁਰੂ ਨਾਨਕ ਦੇ ਦਰ ਵਿੱਚੋਂ। ਦੋਣ ਸਹੋਦਰ ਤਬ ਕਰ ਜੋਰੇ ਦੋਹਾਂ ਭਰਾਵਾਂ ਨੇ ਸਤਿਗੁਰਾਂ ਦੇ ਸਨਮੁਖ ਹੱਥ ਜੋੜੇ ਹਨ। ਪਰਮ ਪ੍ਰੇਮ ਕਰ ਬਿਨਤੀ ਭਾਖ ਬਹੁਤਾ ਪ੍ਰੇਮ ਕਰਕੇ ਸਤਿਗੁਰਾਂ ਦੇ ਅੱਗੇ ਬੇਨਤੀ ਕਹਿਣਾ ਕੀਤੀ। ਦਰਸ਼ਨ ਦੇ ਕਾਰਜ ਪੇ ਪੂਰਨ ਸਤਿਗੁਰੂ ਜੀ ਕਹਿੰਦੇ ਮਹਾਰਾਜ ਸਾਹਿਬ ਜੀ, ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਸਾਰੇ ਕਾਰਜ ਪੂਰੇ ਹੋ ਗਏ। ਨਹੀਂ ਰਹੇ ਕਿਉਂ ਹੂੰ ਉਰ ਕਾਖ ਹਿਰਦੇ ਅੰਦਰ ਕੋਈ ਵੀ ਕਾਂਖ ਇੱਛਾ ਜਿਹੜੀ ਨਹੀਂ ਰਹਿਣਾ ਕੀਤੀ, ਜਿਹੜੀ ਪੂਰੀ ਨਾ ਹੋਈ ਹੋਵੇ। ਆਪਣਾ ਸਦਕ ਸਦਾ ਉਰ ਦੇਵੋ ਆਪਣਾ ਜਿਹੜਾ ਭਰੋਸਾ ਹੈ ਸਦਾ ਹਿਰਦੇ ਵਿੱਚ ਮੈਨੂੰ ਦੇ ਦਿਓ। ਜਗਤ ਕੋ ਬੰਧਨ ਸਰਬ ਮਿਟਾਏ ਇਸ ਕਰਕੇ ਜਗਤ ਦੇ ਖੋਟੇ ਬੰਧਨ ਸਾਰਿਆਂ ਨੂੰ ਮਿਟਾ ਲੈਣਾ ਕਰੀਏ। ਚਰਨੇ ਆਪ ਕੇ ਮਨ ਮੈਂ ਬਸ ਆਪ ਜੀ ਦੇ ਜਿਹੜੇ ਚਰਨ ਸਾਡੇ ਮਨ ਦੇ ਵਿੱਚ ਵਸ ਜਾਣ। ਜਿਸ ਦਿਨ ਸਿਮਰੈ ਹਰ ਗੁਣ ਗਾਏ ਰਾਤ ਦਿਨ ਤੁਹਾਨੂੰ ਯਾਦ ਕਰਦੇ ਰਹੀਏ, ਹਰੀ ਦੇ ਗੁਣਾਂ ਨੂੰ ਗਾਉਂਦੇ ਰਹੀਏ। ਸੁਣ ਸਤਿਗੁਰੂ ਕਹਿਓ ਤਥਾ ਸਤ ਸਤਿਗੁਰੂ ਜੀ ਕਹਿੰਦੇ ਤਥਾ ਅਸਤੁ ਭਾਵ ਇਸੇ ਤਰ੍ਹਾਂ ਹੀ ਹੋਵੇਗਾ। ਵਰਗੋ ਪਾਏ ਰਹੇ ਹਰ ਖਾਏ ਸਤਿਗੁਰੂ ਜੀ ਦੇ ਕੋਲੋਂ ਵਰ ਪ੍ਰਾਪਤ ਕਰਕੇ ਬੜੇ ਹਰਖਾਏ ਪ੍ਰਸੰਨ ਹੋ ਗਏ। ਕੇਤਕ ਦਿਨ ਬਸ ਕਰ ਅੰਮ੍ਰਿਤਸਰ ਕਿੰਨੇ ਕੋ ਦਿਨ ਦਾ ਸਮਾਂ ਅੰਮ੍ਰਿਤਸਰ ਦੇ ਵਿੱਚ ਰਹਿ ਕਰਕੇ ਹੋਏ ਮਨ ਵਿਦਾ ਗਏ ਨਿਜ ਥਾਏ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲੋਂ ਵਿਦਾ ਹੋ ਕਰਕੇ ਇਹ ਦੋਵੇਂ ਪੰਡਤ ਜਿਹੜੇ ਵਿਦਵਾਨ ਸੀ, ਪਿਆਰ ਵਿੱਚ ਭੇਜੇ ਹੋਏ ਆਪਣੇ ਥਾਂ ਕਾਸ਼ੀ ਬਨਾਰਸ ਨੂੰ ਇਹ ਵਾਪਸ ਚਲੇ ਗਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹ ਸਹਿਸਕ੍ਰਿਤੀ ਜਿਹੜੀ ਬਾਣੀ ਹੈ ਤੇ ਗਾਥਾ ਬਾਣੀ ਹੈ, ਇਹ ਇਹਨਾਂ ਦੋਵਾਂ ਵਿਦਵਾਨ ਪੰਡਤਾਂ ਦੇ ਪ੍ਰਥਾਏ ਉਚਾਰਨ ਕੀਤੀ, ਜਿਹਦੇ ਦੁਆਰਾ ਫਿਰ ਸਾਨੂੰ ਵੀ ਸਤਿਗੁਰੂ ਜੀ ਨੇ ਬੇਅੰਤ ਗਿਆਨ ਦੀ ਸੋਝੀ ਬਖਸ਼ੀ ਹੈ। ਸੋ ਸਾਧ ਸੰਗਤ ਜੀ ਇੱਥੋਂ ਤੱਕ ਅੱਜ ਦਾ ਪ੍ਰਸੰਗ ਕਥਾ ਵਿੱਚ ਆਪਾਂ ਵਿਚਾਰਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਕਰਨ, ਗੋਰੇ ਇਤਿਹਾਸ ਦੀ ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ। ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ ਜੀ। ਸਮੇਂ ਦੀ ਸੰਪੂਰਨਤਾ ਹੋ ਚੁੱਕੀ ਹੈ। ਆਓ ਇੱਥੇ ਅੰਤ ਦੀਆਂ ਪੰਕਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ। ਸੁਣਤ ਸਤਿਗੁਰੂ ਕਹਿਓ ਤਥਾ ਸਤ ਬਰ ਕੋ ਪਾਏ ਰਹੇ ਹਰ ਖਾਏ। ਕੇਤਕ ਦਿਨ ਬਸ ਕਰ ਅੰਮ੍ਰਿਤਸਰ ਹੋਏ ਪੁਨ ਵਿਦਾ ਗਏ ਨਿਜ ਥਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।